Like the video, subscribe to the channel and press the bell icon for latest video updates. ਹੁਣ ਤੁਸੀਂ ਦੇਖੋ ਦੋਹਾਂ ਪਾਸੇ ਤੇ ਨੁਕਸਾਨ ਹੋ ਰਿਹਾ। ਜ਼ਿਮੀਂਦਾਰ ਆਪਣੀ ਫਸਲ ਸੜਕ ਤੇ ਸੁੱਟਣ ਲਈ ਮਜਬੂਰ ਹੈ, ਖਰੀਦਦਾਰ ਬੈਠਾ ਖਰੀਦਣ ਵਾਸਤੇ, ਇਨਵੈਸਟਰ ਬੈਠਾ ਹੈ ਫੂਡ ਪ੍ਰੋਸੈਸਿੰਗ ਇਨਵੈਸਟਰ। ਪਰ ਇਹ ਐਕਟ ਗੱਭੇ ਆੜੇ ਆ ਰਿਹਾ ਸੀ। ਹਾਂਜੀ, ਹੁਣ ਜਿਸ ਫੂਡ ਪ੍ਰੋਸੈਸਰ ਨੇ, ਐਕਸਪੋਰਟਰ ਨੇ, ਵੇਅਰ ਹਾਊਸਿੰਗ ਵਾਲੇ ਨੇ ਸਾਰਾ ਸਾਲ ਆਪਣੀ ਫੈਕਟਰੀ ਚਲਾਣੀ ਹੈ, ਉਹਨੂੰ ਟੈਸਟਿੰਗ ਦੇ ਦਿਨਾਂ 'ਚ ਉਹ ਚੀਜ਼ ਪਰਚੇਜ਼ ਕਰਕੇ ਸਟੋਰੇਜ ਕਰਕੇ ਰੱਖਣੀ, ਤਾਂ ਉਹ ਸਾਰਾ ਸਾਲ ਚਲਾ ਸਕਦਾ। ਬਿਲਕੁਲ ਠੀਕ ਹੈ। ਜਦੋਂ ਹਾਰਵੈਸਟਿੰਗ ਹੁੰਦੀ ਸੀ, ਮਾਰਕੀਟ 'ਚ ਗਲਟ ਆ ਜਾਂਦਾ ਪ੍ਰੋਡਕਸ਼ਨ ਦਾ, ਉਹ ਜ਼ਿਮੀਂਦਾਰ ਸੜਕ ਤੇ ਸਿੱਟਣ ਲਈ ਮਜਬੂਰ ਹੈ, ਖਰੀਦਦਾਰ ਖਰੀਦ ਨਹੀਂ ਸਕਦਾ। ਇਹ ਏਦਾਂ ਜਿੱਦਾਂ ਤੁਹਾਡੇ ਦੁਕਾਨ ਦੇ ਦੁਆਲੇ ਕੋਈ ਕੰਡਾ ਤਾਰ ਕਰ ਦੇਵੇ ਕਿ ਬਾਹਰ ਵੇਚਣ ਵਾਲਾ ਬੈਠਾ, ਇੱਧਰ ਖਰੀਦਣ ਵਾਲਾ ਬੈਠਾ, ਗੱਭੇ ਤਾਰ ਲਾਈ ਹੋਈ ਹੈ। ਉਹ ਤਾਰ ਐਸੈਂਸ਼ੀਅਲ ਕਮੋਡਿਟੀ ਐਕਟ ਸੀ। ਦਰਸ਼ਕੋ, ਖੇਤੀ ਬਿੱਲਾਂ ਨੂੰ ਲੈ ਕੇ ਜਿਹੜੇ ਹੁਣ ਕਾਨੂੰਨ ਬਣ ਗਏ ਹੈਗੇ ਆ, ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈਗੀ ਆ। ਅਨਫੋਰਚੂਨੇਟਲੀ ਬਹੁਤ ਸਾਰੇ ਕਿਸਾਨਾਂ ਨੂੰ, ਈਵਨ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਕਰਤਾ ਧਰਤਾ ਹੈ, ਉਹਨਾਂ ਨੂੰ ਪੂਰਾ ਜਿਹੜਾ ਕਾਨੂੰਨ ਬਣਿਆ ਹੈਗਾ, ਮੇਰੇ ਖਿਆਲ ਪਤਾ ਨਹੀਂ ਕੀ ਪ੍ਰੋਵੀਜ਼ਨ ਹੈਗੀ। ਐਵੇਂ ਮੋਟੀ ਉਹ ਗੱਲ ਕਰਦੇ ਹੈਗੇ ਆ, MSP ਨਹੀਂ ਹੋਣੀ ਚਾਹੀਦੀ ਆ, ਜੀ ਵੱਡੇ ਘਰਾਣਿਆਂ ਨੇ ਸਾਨੂੰ ਖਾ ਜਾਣਾ ਹੈਗਾ। ਇਹ ਦੋ ਤਿੰਨ ਗੱਲਾਂ ਹੀ ਹਰ ਪਾਸੇ ਸੁਣਦੇ ਹੈਗੇ। ਹੁਣ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਨੌਜਵਾਨ ਪੜ੍ਹੇ ਲਿਖੇ ਕਿਸਾਨ ਨਾਲ ਕਰਾਉਣੇ, ਜਿਹਦੇ ਕੋਲ 25 ਏਕੜ ਜ਼ਮੀਨ ਆਪਣੀ ਹੈ, ਜਿਨ੍ਹਾਂ ਨੇ ਜਰਨਲਿਜ਼ਮ ਦੀ ਆਪਣੀ ਡਿਗਰੀ ਕੀਤੀ ਹੋ ਹੈਗੇ। ਇਹਨਾਂ ਨੂੰ ਪੁੱਛਦੇ ਹੈਗੇ ਇਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਇਹ ਕਿਸਾਨਾਂ ਦੇ ਫਾਇਦੇ ਲਈ ਆ ਕਿ ਨੁਕਸਾਨ ਲਈ। ਸਾਡੇ ਨਾਲ ਆਨਲਾਈਨ ਜੁੜੇ ਹੈਗੇ ਆ ਅਨੰਦਪੁਰ ਸਾਹਿਬ ਤੋਂ ਰਣ ਬਹਾਦਰ ਜੀ। ਰਣ ਬਹਾਦਰ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਸਵਾਗਤ ਹੈਗਾ। ਧੰਨਵਾਦ ਭਾਰਤ ਸਾਹਿਬ, ਧੰਨਵਾਦ ਬਹੁਤ ਬਹੁਤ। ਹਾਂ, ਥੈਂਕ ਯੂ। ਤੁਸੀਂ 20-25 ਏਕੜ ਵਿੱਚ ਖੇਤੀ ਕਰਦੇ ਹੋ। ਪਹਿਲਾਂ ਤੁਸੀਂ ਜਿਹੜੇ ਕਾਨੂੰਨ ਹੈਗੇ ਵੱਖ-ਵੱਖ ਜਿਹੜੇ ਤਿੰਨ, ਇਹ ਪੜ੍ਹ ਵੀ ਲਏ ਹੈਗੇ ਆ। ਇਹਨਾਂ ਦੇ ਮੁੱਖ ਪ੍ਰੋਵੀਜ਼ਨਸ ਕੀ ਹੈਗੇ ਆ? ਨਾਲ ਇਹ ਵੀ ਦੱਸ ਦਿਓ, ਇਹ ਕਿਸਾਨਾਂ ਦੀ ਫੇਵਰ ਵਿੱਚ ਲੱਗਦੇ ਹੈਗੇ ਕਿ ਜਾਂ ਕਾਰਪੋਰੇਟ ਦੀ ਫੇਵਰ 'ਚ ਲੱਗਦੇ ਤੁਹਾਨੂੰ? ਭਾਰਤ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਕਿਸਾਨੀ ਜਿਹੜੀ ਹੈ ਉਹ ਸੰਕਟ 'ਚ ਹੈ, ਇਹਦੇ ਬਾਰੇ ਸਾਰੇ ਸਹਿਮਤ ਹੈ। ਜੀ। ਕਿਸਾਨ ਦਾ ਗੁਜ਼ਾਰਾ ਮੁਸ਼ਕਿਲ ਦਿਨ ਪ੍ਰਤੀ ਦਿਨ ਹੋ ਰਿਹਾ ਹੈ, ਇਹਦੇ ਬਾਰੇ ਵੀ ਲਗਭਗ ਸਹਿਮਤੀ ਸਰਕਾਰਾਂ 'ਚ ਵੀ ਹੈ, ਜਿਹੜੇ ਪਾਲਿਸੀ ਮੇਕਰਸ ਹੈ ਉਹਨਾਂ 'ਚ ਵੀ ਸਹਿਮਤੀ ਹੈ ਕਿ ਕਿਸਾਨਾਂ ਦਾ ਜਿਹੜਾ ਹੈ ਉਹ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਦਿਨ ਪ੍ਰਤੀ ਦਿਨ। ਜੀ। ਉਹਦਾ ਕਾਰਨ ਮੇਨ ਇਹ ਹੈ ਕਿ ਦੇਸ਼ ਦੀ ਜੋ GDP ਹੈ, ਉਹਦੇ 'ਚ ਖੇਤੀਬਾੜੀ ਸੈਕਟਰ ਦਾ ਹਿੱਸਾ 15% ਦੇ ਲਗਭਗ ਹੈ। ਹਾਂਜੀ। ਇਹਦੇ ਤੇ ਗੁਜ਼ਾਰਾ ਕਰਦੀ ਹੈ ਲਗਭਗ 70% ਆਬਾਦੀ। ਹਾਂ, ਬਿਲਕੁਲ ਠੀਕ ਹੈ। GDP ਤੇ 70% ਆਬਾਦੀ ਗੁਜ਼ਾਰਾ ਕਰਦੀ ਹੈ। ਹਾਂਜੀ। ਉਹਦਾ ਸਰਵਾਈਵਲ ਬੜਾ ਮੁਸ਼ਕਿਲ ਹੈ ਜੇ ਤੁਸੀਂ 15% ਆਮਦਨ ਤੇ 70% ਆਬਾਦੀ ਨਾਲ ਗੁਜ਼ਾਰਾ ਕਰਨਾ। ਉਹਦੇ ਦੋ ਤਰੀਕੇ ਹੈ, ਜਾਂ ਤਾਂ ਤੁਸੀਂ GDP ਦੇ ਵਿੱਚ ਖੇਤੀਬਾੜੀ ਸੈਕਟਰ ਦਾ ਜਿਹੜਾ ਹਿੱਸਾ ਹੈ, ਜਿਹੜਾ ਸ਼ੇਅਰ ਹੈ, ਉਹ ਵਧਾਓ। 15 ਹੈ ਕਿ ਉਹਨੂੰ 25-30% ਤੱਕ ਕਰੋ। ਜੀ। ਬੜਾ ਮੁਸ਼ਕਿਲ ਹੈ। ਉਹ ਦਿਨ ਪ੍ਰਤੀ ਦਿਨ ਜਿੱਦਾਂ ਬਾਕੀ ਸੈਕਟਰ ਵੱਧ ਰਹੇ ਆ, ਖੇਤੀਬਾੜੀ ਸੈਕਟਰ ਉਨਾ ਡਿਵੈਲਪ ਨਹੀਂ ਹੋ ਰਿਹਾ। ਉਹ ਦਿਨ ਪ੍ਰਤੀ ਦਿਨ ਜਿਹੜਾ ਪਰਸੈਂਟੇਜ ਆਫ GDP ਹੈ ਖੇਤੀਬਾੜੀ ਦੀ, ਉਹ ਘਟਣੀ ਹੈ। ਹਾਂਜੀ। ਇਹ ਦੋ ਹੈ ਆਮਦਨ ਵਧਾਉਣ ਦੇ ਕਿਸਾਨਾਂ ਦੇ, ਜਾਂ ਤਾਂ GDP ਦਾ ਹਿੱਸਾ ਵਧਾਇਆ ਜਾਵੇ, ਉਹ ਵੱਧ ਤੇ ਵੱਧ ਤੁਸੀਂ 20% ਤੱਕ ਲੈ ਕੇ ਜਾ ਸਕਦੇ ਹੋ, ਇਹ ਤਾਂ ਜ਼ਿਆਦਾ ਨਹੀਂ ਲੈ ਕੇ ਜਾ ਸਕਦੇ। ਜੀ। ਜਾਂ ਦੂਸਰਾ ਹੈ ਕਿ ਤੁਸੀਂ ਖੇਤੀਬਾੜੀ ਸੈਕਟਰ 'ਚ ਜਿਹੜੇ EMPLOYMENT ਹੈ, ਜਿਹੜੇ ਵਰਕਫੋਰਸ ਲੱਗੀ ਹੋਈ ਹੈ, ਉਹਨੂੰ ਉੱਥੋਂ ਦੂਜੇ ਸੈਕਟਰਾਂ 'ਚ ਸ਼ਿਫਟ ਕਰੋ, ਉਹਨੂੰ ਮੈਨੂਫੈਕਚਰਿੰਗ ਸੈਕਟਰ 'ਚ ਵਾੜੋ, ਉਹਨੂੰ ਤੁਸੀਂ ਸਰਵਿਸਿਜ਼ ਸੈਕਟਰ 'ਚ ਵਾੜੋ। ਇਹ ਦੋ ਤਰੀਕੇ ਹੈ ਕਿਸਾਨਾਂ ਦੀ ਆਮਦਨ ਵਧਾਉਣ ਦੇ, ਜਾਂ GDP ਦਾ ਹਿੱਸਾ ਵਧਾਇਆ ਜਾਵੇ ਜਾਂ ਵਰਕਫੋਰਸ ਨੂੰ ਉਧਰੋਂ ਪੱਟ ਕੇ ਦੂਜੇ ਸੈਕਟਰਾਂ 'ਚ ਲਾਇਆ ਜਾਵੇ। ਠੀਕ ਹੈ, ਬਿਲਕੁਲ ਗੱਲ ਠੀਕ ਹੈ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਇਹਨਾਂ ਦੀ ਆਮਦਨ ਵਧਾਉਣ ਲਈ 1991 ਤੋਂ ਬਾਅਦ ਜਿਹੜੇ ਆਰਥਿਕ ਸੁਧਾਰ ਕੀਤੇ ਗਏ ਸੀ, ਸਾਰੇ ਸੈਕਟਰਸ ਦਾ ਉਹਦੇ ਵਿੱਚ ਜਿਹੜਾ ਹੈ ਉਹ ਗਰੋਥ ਹੋਈ ਹੈ। ਇੱਕ ਐਗਰੀਕਲਚਰ ਸੈਕਟਰ ਹੈ ਜਿਹੜਾ ਹਲੇ ਵੀ ਇੱਕ ਕਲੋਜ਼ਡ ਇਕਨੋਮੀ ਵਾਲੇ ਦੌਰ ਚੋਂ ਗੁਜ਼ਰ ਰਿਹਾ ਹੈ। ਹਾਂਜੀ। ਓਪਨ ਅਪ ਨਹੀਂ ਕੀਤਾ, ਉਹਨੂੰ ਲਿਬਰਲਾਈਜ਼ ਨਹੀਂ ਕੀਤਾ। ਉਹ ਬਾਕੀ ਸੈਕਟਰਸ ਨਾਲ ਆਪਣੀ ਜਿਹੜਾ ਕਦਮ ਮਿਲਾ ਕੇ ਚੱਲ ਨਹੀਂ ਸਕਿਆ। ਸੋ ਪਾਲਿਸੀ ਜਿੰਨੇ ਹੈ ਉਹਨਾਂ 'ਚ ਇਹ ਇੱਕ ਸਹਿਮਤੀ ਸੀ ਕਿ ਐਗਰੀਕਲਚਰ ਸੈਕਟਰ ਨੂੰ ਲਿਬਰਲਾਈਜ਼ ਕੀਤਾ ਜਾਵੇ, ਇਹਦੇ 'ਚ ਪ੍ਰਾਈਵੇਟ ਇਨਵੈਸਟਮੈਂਟ ਆਵੇ, ਤਾਂ ਕਿ ਇਹਦੇ 'ਚ ਰੋਜ਼ਗਾਰ ਵਧੇ, ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਫਸਲਾਂ ਹੈ ਉਹਨਾਂ ਦਾ ਐਕਸਪੋਰਟ ਕਰ ਸਕਣ, ਨਵੀਂ ਜੋ ਮਾਰਕੀਟਸ ਹੈ ਉਹਨਾਂ ਨੂੰ ਐਕਸਪਲੋਰ ਕਰ ਸਕੀ। ਹਾਂਜੀ। ਸੋ ਸੰਬੰਧ 'ਚ ਇਹ ਆਮ ਰਾਏ ਸੀ ਸਾਰਿਆਂ ਦੀ ਕਿ ਇਹਨੂੰ ਕਰਨਾ ਚਾਹੀਦਾ।
ਈਵਨ ਕਾਂਗਰਸ ਪਾਰਟੀ ਨੇ ਵੀ ਆਪਣੇ ਮੈਨੀਫੈਸਟੋ ਚ 2019 ਵਾਲੇ ਚ ਇਹ ਕਿਹਾ ਸੀ ਕਿ ਅਸੀਂ ਖੇਤੀਬਾੜੀ ਸੈਕਟਰ ਚ ਆ ਸੁਧਾਰ ਕਰਾਂਗੇ। ਮੇਨ ਉਹ ਸੀ ਕਿ ਅਸੀਂ ਲਿਬਰਲਾਈਜ਼ ਕਰਾਂਗੇ। ਹਾਂਜੀ ਹਾਂਜੀ। ਹੁਣ ਐਨਡੀਏ ਗਵਰਨਮੈਂਟ ਨੇ ਇਹ ਕਦਮ ਚੁੱਕਿਆ ਹੈ ਕਿ ਇਸ ਸੈਕਟਰ ਚ ਨਿਵੇਸ਼ ਆਵੇ, ਹਾਂਜੀ ਇਸ ਸੈਕਟਰ ਲਿਬਰਲਾਈਜ਼ ਕਰੇ, ਇਹ ਇੰਟਰਨੈਸ਼ਨਲ ਮਾਰਕੀਟ ਨਾਲ ਇਨ ਸਿੰਕ ਵਿਦ ਇੰਟਰਨੈਸ਼ਨਲ ਮਾਰਕੀਟ ਹੋਵੇ, ਇਹਦੇ ਚ ਕੁਝ ਸੁਧਾਰ ਕਰੀਏ। ਇਹ ਤਿੰਨ ਮੇਨ ਜਿਹੜੇ ਆ ਉਹਨਾਂ ਨੇ ਨੁਕਤੇ ਕੀਤੇ ਆ। ਇੱਕ ਹਾਂਜੀ ਨੰਬਰ 1 ਇਹ ਕੀਤਾ ਹੈ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਚ ਸੋਧ ਕੀਤੀ ਹੈ। ਹਾਂਜੀ। ਹੁਣ ਮੈਂ ਤੁਹਾਨੂੰ ਦੱਸਦਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਕੀ ਸੀ ਆਪਣੇ ਦਰਸ਼ਕਾਂ ਵਾਸਤੇ। ਇਹ ਕਿਸਾਨ ਦਾ ਨੁਕਸਾਨ ਕਿੱਦਾਂ ਕਰਦਾ ਸੀ ਤੇ ਹੁਣ ਇਹ ਫਾਇਦਾ ਕਿੱਦਾਂ ਕਰ ਸਕਦਾ। ਅੱਛਾ ਅੱਛਾ। ਹਾਂਜੀ। ਐਸੈਂਸ਼ੀਅਲ ਕਮੋਡਿਟੀ ਐਕਟ ਬੇਸਿਕਲੀ ਭਾਰਤ ਸਾਹਿਬ ਕੰਜ਼ਿਊਮਰ ਪ੍ਰੋਟੈਕਸ਼ਨ ਵਾਸਤੇ ਸੀ। ਹਾਂਜੀ। ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਕਿਸੇ ਕਮੋਡਿਟੀ ਨੂੰ ਅਸੀਂ ਸ਼ਾਮਲ ਕਰ ਦਿੰਦੇ ਹਾਂ ਕਿ ਐਸੈਂਸ਼ੀਅਲ ਕਮੋਡਿਟੀ ਹੈ, ਉਹਦੀ ਇੱਕ ਮਾਤਰਾ ਤੋਂ ਵੱਧ ਕੋਈ ਪਰਚੇਜ਼ ਨਹੀਂ ਕਰ ਸਕਦਾ। ਇੱਕ ਨਿਸ਼ਚਿਤ ਤੋਂ ਬਾਅਦ ਉਹਨੂੰ ਪਰਚੇਜ਼ ਕਰਕੇ ਸਟੋਰੇਜ ਨਹੀਂ ਕਰ ਸਕਦਾ। ਹਾਂ ਹਾਂ ਠੀਕ ਹੈ। ਹੋਲਡਿੰਗ ਨਹੀਂ ਕਰ ਸਕਦਾ। ਹਾਂਜੀ। ਹੋਲਡਿੰਗ ਨਹੀਂ ਕਰ ਸਕਦਾ। ਉਹ ਕੰਜ਼ਿਊਮਰ ਪ੍ਰੋਟੈਕਸ਼ਨ ਵਾਸਤੇ ਸੀ ਕਿ ਘਰੇਲੂ ਡੋਮੈਸਟਿਕ ਮਾਰਕੀਟ 'ਚ ਕੀਮਤਾਂ ਦਾ ਵੱਧ ਜਾਣ। ਹਾਂਜੀ ਹਾਂਜੀ ਸਮਝੇ। ਕੀ ਸੀ, ਕਿਸਾਨ ਆਪਣਾ ਆਲੂ ਸੜਕ ਤੇ ਸੁੱਟਣ ਲਈ ਮਜਬੂਰ ਹੈ। ਹਾਂਜੀ। ਕੀ ਕੀਮਤ ਨਹੀਂ ਹੈ। ਹਾਂਜੀ। ਕੀਮਤ ਇਸ ਕਰਕੇ ਨਹੀਂ ਹੈ ਕਿ ਉਹਦਾ ਖਰੀਦਦਾਰ ਨਹੀਂ ਹੈ। ਹਾਂਜੀ। ਖਰੀਦਦਾਰ ਖਰੀਦ ਇਸ ਕਰਕੇ ਨਹੀਂ ਰਿਹਾ ਸੀ ਕਿ ਉਹ ਖਰੀਦ ਨਹੀਂ ਸਕਦਾ। ਐਸੈਂਸ਼ੀਅਲ ਕਮੋਡਿਟੀ ਐਕਟ ਕਰਕੇ ਉਹ ਹੋਰਡਿੰਗ 'ਚ ਆ ਜਾਂਦਾ। ਹੋਰਡਿੰਗ ਵਿੱਚ ਆ ਜਾਂਦਾ। ਹਾਂ ਹਾਂ ਬਿਲਕੁਲ ਠੀਕ ਹੈ। ਖਲਾ ਸਕਦਾ, ਸ਼ਟਰ ਖਲਾ ਕੇ ਹਾਂਜੀ ਤੁਸੀਂ ਹੋਰਡਿੰਗ ਕੀਤੀ ਹੋਈ ਹੈ ਜੀ, ਚਲੋ ਥਾਣੇ ਹੈ ਜੀ, ਤੁਹਾਡੇ ਤੇ ਮੁਕੱਦਮਾ ਦਰਜ ਹੋਣਾ। ਇਸ ਡਰ ਦੇ ਇਸ ਸੈਕਟਰ 'ਚ ਫੂਡ ਪ੍ਰੋਸੈਸਿੰਗ 'ਚ ਜਿਹੜਾ ਇਨਵੈਸਟਮੈਂਟ ਨਹੀਂ ਆ ਰਹੀ ਸੀ। ਬਿਲਕੁਲ ਠੀਕ ਹੈ। ਹੁਣ ਤੁਸੀਂ ਦੇਖੋ ਦੋਹਾਂ ਪਾਸੇ ਤੇ ਨੁਕਸਾਨ ਹੋ ਰਿਹਾ। ਜ਼ਿਮੀਂਦਾਰ ਆਪਣੀ ਫਸਲ ਸੜਕ ਤੇ ਸੁੱਟਣ ਲਈ ਮਜਬੂਰ ਹੈ। ਖਰੀਦਦਾਰ ਬੈਠਾ ਖਰੀਦਣ ਵਾਸਤੇ, ਇਨਵੈਸਟਰ ਬੈਠਾ ਹੈ ਫੂਡ ਪ੍ਰੋਸੈਸਿੰਗ ਇਨਵੈਸਟਰ। ਪਰ ਇਹ ਐਕਟ ਗੱਭੇ ਆੜੇ ਆ ਰਿਹਾ ਸੀ। ਹਾਂਜੀ। ਹੁਣ ਜਿਸ ਫੂਡ ਪ੍ਰੋਸੈਸਰ ਨੇ, ਐਕਸਪੋਰਟਰ ਨੇ, ਵੇਅਰ ਹਾਊਸਿੰਗ ਵਾਲੇ ਨੇ ਸਾਰਾ ਸਾਲ ਆਪਣੀ ਫੈਕਟਰੀ ਚਲਾਣੀ ਹੈ, ਉਹਨੂੰ ਟੈਸਟਿੰਗ ਦੇ ਦਿਨਾਂ 'ਚ ਉਹ ਚੀਜ਼ ਪਰਚੇਜ਼ ਕਰਕੇ ਸਟੋਰੇਜ ਕਰਕੇ ਰੱਖਣੀ ਤਾਂ ਉਹ ਸਾਰਾ ਸਾਲ ਚਲਾ ਸਕਦਾ। ਬਿਲਕੁਲ ਠੀਕ ਹੈ। ਜਦੋਂ ਹਾਰਵੈਸਟਿੰਗ ਹੁੰਦੀ ਸੀ, ਮਾਰਕੀਟ 'ਚ ਗਲਟ ਆ ਜਾਂਦਾ ਪ੍ਰੋਡਕਸ਼ਨ ਦਾ, ਉਹ ਜ਼ਿਮੀਂਦਾਰ ਸੜਕ ਤੇ ਸਿੱਟਣ ਲਈ ਮਜਬੂਰ ਹੈ। ਖਰੀਦਦਾਰ ਖਰੀਦ ਨਹੀਂ ਸਕਦਾ। ਇਹ ਏਦਾਂ ਜਿੱਦਾਂ ਤੁਹਾਡੇ ਦੁਕਾਨ ਦੇ ਦੁਆਲੇ ਕੋਈ ਕੰਡਾ ਤਾਰ ਕਰ ਦੇਵੇ ਕਿ ਬਾਹਰ ਵੇਚਣ ਵਾਲਾ ਬੈਠਾ, ਇੱਧਰ ਖਰੀਦਣ ਵਾਲਾ ਬੈਠਾ, ਗੱਭੇ ਤਾਰ ਲਾਈ ਹੋਈ ਹੈ। ਉਹ ਤਾਰ ਐਸੈਂਸ਼ੀਅਲ ਕਮੋਡਿਟੀ ਐਕਟ ਸੀ। ਸਮਝ ਗਏ। ਖਰੀਦ ਨਹੀਂ ਸਕਦੇ। ਅੱਛਾ, ਹੁਣ ਪਰਚੇਜ਼ਰ ਮਾਰਕੀਟ 'ਚ ਆਊਗਾ। ਜ਼ਿਮੀਂਦਾਰ ਨੂੰ ਇਸ ਗੱਲ ਨਾਲ ਫਾਇਦਾ ਹੈ ਕਿ ਤੁਹਾਡੀ ਪਰਚੇਜ਼ ਤੇ ਪਾਬੰਦੀ ਜਿਹੜੀ ਹਟ ਗਈ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਬਲਕ 'ਚ ਤੁਹਾਡੀ ਪਰਚੇਜ਼ ਕੋਈ ਕਰ ਸਕਦਾ। ਜਦ ਤੁਹਾਡੀ ਬਲਕ 'ਚ ਪਰਚੇਜ਼ ਕਰ ਸਕਦਾ ਤਾਂ ਨੈਚੁਰਲੀ ਤੁਹਾਡੀ ਪ੍ਰਾਈਸ ਦੀ ਡਿਮਾਂਡ ਵਧੇਗੀ। ਤੁਹਾਡੀ ਕਮੋਡਿਟੀ ਦੀ ਡਿਮਾਂਡ ਵਧਣ ਨਾਲ ਉਹ ਪ੍ਰਾਈਸ ਵਧੂਗਾ। ਸੋ ਐਸੈਂਸ਼ੀਅਲ ਕਮੋਡਿਟੀ ਐਕਟ ਇਸ ਕਰਕੇ ਹੈ ਕਿ ਫੂਡ ਪ੍ਰੋਸੈਸਿੰਗ 'ਚ ਇਨਵੈਸਟਮੈਂਟ ਆਏ। ਇਨਵੈਸਟਰ ਇਸ ਐਕਟ ਦਾ ਡਰਦਾ ਮਾਰਾ ਜਿਹੜਾ ਹੈ ਇਸ ਸੈਕਟਰ 'ਚ ਨਿਵੇਸ਼ ਨਹੀਂ ਕਰ ਰਿਹਾ ਸੀ। ਤੁਸੀਂ ਸਾਰਾ ਗੰਨਾ ਦਾ ਗੁੜ ਨਹੀਂ ਬਣਾ ਸਕਦੇ ਜਦ ਤੱਕ ਸ਼ੂਗਰ ਮਿਲਾਂ ਨਹੀਂ ਲੱਗਦੀਆਂ। ਤੁਸੀਂ ਸਾਰੀ ਕਪਾਹ ਆਪਣੀ ਕੰਜ਼ਿਊਮ ਨਹੀਂ ਕਰ ਸਕਦੇ ਜਦ ਤੱਕ ਟੈਕਸਟਾਈਲ ਮਿਲਾਂ ਨਹੀਂ ਲੱਗਦੀਆਂ। ਬਿਲਕੁਲ ਠੀਕ। ਇੰਡਸਟਰੀ ਤੇ ਕਿਸਾਨੀ ਆਪਸ 'ਚ ਵਿਰੋਧੀ ਨਹੀਂ ਹੈ। ਇੰਡਸਟਰੀ ਤੇ ਆਪਸ 'ਚ ਇੱਕ ਦੂਜੇ ਨੂੰ ਸਪਲੀਮੈਂਟ ਕਰਦੇ ਆ। ਇੰਡਸਟਰੀ ਦਾ ਗੁਜ਼ਾਰਾ ਨਹੀਂ ਹੈ ਖੇਤੀ ਦੇ ਬਿਨਾਂ, ਤੇ ਖੇਤੀ ਦਾ ਗੁਜ਼ਾਰਾ ਨਹੀਂ ਹੈ ਇੰਡਸਟਰੀ ਦੇ ਬਿਨਾਂ। ਬਿਲਕੁਲ ਠੀਕ ਹੈ। ਸੋ ਇੰਡਸਟਰੀ ਨਿਵੇਸ਼ ਆਵੇ, ਨਿਵੇਸ਼ ਨਾਲ ਇਸ ਸੈਕਟਰ 'ਚ ਰੋਜ਼ਗਾਰ ਵਧੇ, ਕਿਸਾਨਾਂ ਦੀ ਆਮਦਨ ਕੁਝ ਨਾ ਕੁਝ ਵਧਣ ਦੀ ਜਿਹੜੀ ਹੈ ਉਪਰਾਲਾ ਹੋਵੇ। ਇਹ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਸੋਧ ਇਸ ਕਰਕੇ ਕੀਤੀ ਗਈ। ਨਹੀਂ, ਕਿਸਾਨਾਂ ਨੂੰ ਫਿਰ ਖਦਸ਼ੇ ਕਿਸ ਗੱਲ ਦੇ ਆ? ਇਹ ਤਾਂ ਕੁਝ ਇਕਨੋਮਿਕ ਐਕਸਪਰਟਸ ਕਹਿੰਦੇ, ਤੁਸੀਂ ਵੀ ਫੀਲਿੰਗ ਇਹੋ ਦਿੰਦੇ ਹੈਗੇ ਆ ਵੀ ਫੇਵਰੇਬਲ ਲੱਗਦਾ ਹੈਗਾ। ਕਿਸਾਨਾਂ ਦੇ ਖਦਸ਼ੇ ਕੀ ਹੈਗੇ, ਕਿਉਂ ਖਦਸ਼ੇ ਆ? ਦੇਖੋ, ਕਿਸਾਨਾਂ ਦੇ ਖਦਸ਼ੇ ਲੈ ਕੇ ਹੈ ਐਮਐਸਪੀ ਨੂੰ ਬੇਸਿਕਲੀ ਲੈ ਕੇ। ਅੱਛਾ, ਬੇਸਿਕ ਇੱਕ ਮੇਨ ਹੈ ਐਮਐਸਪੀ ਨੂੰ। ਐਮਐਸਪੀ ਸੀ ਜਦੋਂ ਸਾਡੇ ਫੂਡ ਜਿਹੜੀ ਹੈ ਉਹ ਸਿਕਿਉਰਿਟੀ ਨਹੀਂ ਸੀ। ਸਾਨੂੰ ਜਿਹੜੀ ਹੈ ਉਹ ਅਸੀਂ ਅਮਰੀਕਾ ਤੋਂ ਤੁਹਾਨੂੰ ਪਤਾ PL 480 ਕਣਕ ਦੀ ਜਿਹੜੀ ਇੰਪੋਰਟ ਕੀਤੀ ਹੈ ਜੀ। ਉਹ ਦਿਨ ਸੀ ਸਾਡੇ ਇੱਥੇ ਫੂਡ ਸ਼ਾਰਟੇਜ ਸੀ। ਹਾਂਜੀ। ਪਹਿਲੇ ਐਮਐਸਪੀ ਦਾ ਆਗਾਜ਼ ਹੋਇਆ ਕਿ ਕਿਸਾਨਾਂ ਨੂੰ ਫਸਲਾਂ ਜਿਹੜੀਆਂ ਹੈ ਉਹ ਉਗਾਉਣ ਲਈ ਪ੍ਰੋਤਸਾਹਨ ਕੀਤਾ ਜਾਵੇ ਕਿ ਤੁਹਾਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ ਤੁਸੀਂ ਬੀਜੋ। ਉਹ ਤੋਂ ਬਾਅਦ ਕਿਸਾਨ ਜਿਹੜਾ ਹੈ ਉਹ ਇਨਸ਼ੋਰ ਹੋ ਗਿਆ ਕਿ ਸਾਨੂੰ ਇੰਨਾ ਪ੍ਰਾਈਸ ਜਿਹੜਾ ਹੈ ਉਹ ਮਿਲਣਾ ਮਾਰਕੀਟ ਦੀ ਫਲਕਚੁਏਸ਼ਨ ਤੇ ਉਹਨੂੰ ਨਿਜਾਤ ਮਿਲੀ ਤੇ ਐਮਐਸਪੀ ਕਰਕੇ ਜਿਹੜਾ ਹੈ ਅਸੀਂ ਅੱਜ ਫੂਡ ਸਫੀਸ਼ੀਐਂਟ ਕੰਟਰੀ ਹੈ।
ਵੀਟ 'ਚ ਅਸੀਂ ਐਕਸਪੋਰਟਰ ਵੀ ਹੈਗੇ, ਚੌਲਾਂ 'ਚ ਵੀ ਅਸੀਂ ਵਰਲਡ ਦੇ ਲਾਰਜੈਸਟ ਪ੍ਰੋਡਿਊਸਰ ਵੀ ਹੈਗੇ, ਸੈਕੰਡ ਲਾਰਜੈਸਟ ਹਾਂਜੀ ਪ੍ਰੋਡਿਊਸਰ ਵੀ ਹੈਗੇ, ਐਮਐਸਪੀ ਕਰਕੇ ਹੈ। ਸੋ ਐਮਐਸਪੀ ਹਾਂਜੀ ਇੱਕ ਬਹੁਤ ਵੱਡੀ ਸਿਕਿਉਰਿਟੀ ਸੀ। ਕਿਸਾਨਾਂ ਨੂੰ ਖਦਸ਼ਾ ਹੁਣ ਇਹ ਹੈ, ਉਹ ਦੂਜੇ ਐਕਟ ਕਰਕੇ ਹੈ, ਹਾਂਜੀ ਉਹ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼ ਹੈ। ਹਾਂਜੀ ਦੇਸ਼ 'ਚ ਜਿੰਨਾ ਖੇਤੀਬਾੜੀ ਪ੍ਰੋਡਕਟ ਹੈ, ਉਹਦੀ ਪਰਚੇਜ਼ ਤੇ ਜਿਹੜੀ ਮੋਨੋਪੋਲੀ ਹੈ, ਉਹ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਦੀ ਹੈ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਕਿਸੇ ਵੀ ਵਿਅਕਤੀ, ਕੋਈ ਵੀ ਫੂਡ ਪ੍ਰੋਸੈਸਰ, ਕੋਈ ਵੀ ਐਕਸਪੋਰਟਰ, ਕੋਈ ਵੀ ਵੇਅਰ ਹਾਊਸਿੰਗ ਕੰਪਨੀ ਜਿਨ੍ਹਾਂ ਕਿਸਾਨ ਦੀ ਕੋਈ ਕਮੋਡਿਟੀ ਖਰੀਦਣੀ ਹੈ, ਉਹ ਹਾਂਜੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦੇ ਦਾਇਰੇ ਤੋਂ ਬਾਹਰ ਜਾ ਕੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਖਰੀਦ ਨਹੀਂ ਸਕਦਾ। ਹਾਂਜੀ ਹਾਂ ਠੀਕ ਠੀਕ। ਉਹ ਖਰੀਦ ਨਹੀਂ ਸਕਦਾ। ਹੁਣ ਸਰਕਾਰ ਨੇ ਕੀ ਕੀਤਾ ਕਿ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਜ਼ ਤਾਂ ਰਹਿਣਗੀਆਂ, ਪਰ ਉਹਨਾਂ ਦੇ ਪੈਰਲਲ ਕੋਈ ਵੀ ਵਿਅਕਤੀ, ਕੋਈ ਵੀ ਫੂਡ ਪ੍ਰੋਸੈਸਰ, ਕੋਈ ਵੀ ਕਾਰਪੋਰੇਟ ਕੰਪਨੀ, ਕੋਈ ਵੀ ਐਨਜੀਓ, ਕੋਈ ਵੀ ਜਿਹੜੀ ਹੈ ਉਹ ਕੋਆਪਰੇਟਿਵ ਸੁਸਾਇਟੀ, ਉਹ ਉਹਦੇ ਪੈਰਲਲ ਆਪਣਾ ਇੱਕ ਯਾਰਡ ਖੋਲ ਸਕਦਾ। ਜਿਹੜੀ ਠੀਕ ਕਿ ਠੀਕ। ਪਹਿਲਾਂ ਇੱਕੋ ਹੱਟੀ ਸੀ, ਹੁਣ ਇੱਕ ਹੋਰ ਹੱਟੀਆਂ ਖੋਲਣ ਦੀ ਇਜਾਜ਼ਤ ਦੇਗੀ। ਕਿਸਾਨ ਇਹਦੇ ਵਿੱਚ ਆਪਣਾ ਫਿਰ ਮਾੜੀ ਗੱਲ ਤਾਂ ਕੋਈ ਲੱਗਦੀ ਨਹੀਂ ਹੈਗੀ। ਇਹਦੇ ਵਿੱਚ ਸਮਾਂ ਕੰਪੀਟੀਸ਼ਨ ਵੱਧ ਜਾਏਗਾ। ਜੇ ਐਮਐਸਪੀ ਰਹਿ ਕੇ ਕੰਪੀਟੀਸ਼ਨ ਚੱਲਦਾ ਤਾਂ ਫਿਰ ਮਾੜੀ ਗੱਲ ਕੀ ਲੱਗਦੀ ਹੈ? ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਤੁਹਾਡੇ ਖਰੀਦਦਾਰਾਂ 'ਚ ਆਪਸੀ ਕੰਪੀਟੀਸ਼ਨ ਹੋਵੇ। ਇੱਕ ਹਾਂਜੀ ਯਾਰਡ ਸੀ ਪਹਿਲਾਂ, ਹੁਣ ਦੂਜਾ ਯਾਰਡ ਖੁੱਲ ਗਿਆ, ਤੀਜਾ ਯਾਰਡ ਖੁੱਲਿਆ, ਮਲਟੀਪਲ ਯਾਰਡਸ ਹੋ ਗਏ। ਤੁਸੀਂ ਹਾਂਜੀ ਆਪਣੀ, ਜੇ ਤੁਹਾਨੂੰ ਲੱਗਦਾ ਕਿ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਤੁਹਾਨੂੰ ਬੈਟਰ ਸਰਵਿਸਿਜ਼ ਦੇ ਰਹੀ, ਬੈਟਰ ਪ੍ਰਾਈਸ ਦੇ ਰਹੀ, ਤੁਸੀਂ ਆਪਣਾ ਸਮਾਨ ਉੱਥੇ ਵੀ ਲੈ ਕੇ ਜਾ ਸਕਦੇ। ਜੇ ਹਾਂਜੀ ਤੁਹਾਨੂੰ ਲੱਗਦਾ ਕਿ ਇਹਦੇ ਪੈਰਲਲ ਜਿਹੜਾ ਦੂਜਾ ਬੈਠਾ ਹੈ ਉਹ ਤੁਹਾਨੂੰ ਬੈਟਰ ਫੈਸਿਲਿਟੀਜ਼ ਤੇ ਬੈਟਰ ਪ੍ਰਾਈਸ ਦੇ ਰਿਹਾ, ਤੁਸੀਂ ਉੱਥੇ ਵੀ ਲੈ ਕੇ ਜਾ ਸਕਦੇ। ਕਿਸਾਨਾਂ ਦੇ ਖਦਸ਼ੇ ਜਿਹੜੀ ਤੁਸੀਂ ਗੱਲ ਕੀਤੀ ਹੈ, ਉਹ ਬੇਸਿਕਲੀ ਇਹ ਹੈ ਕਿ ਕਿਸਾਨਾਂ ਦਾ ਖਦਸ਼ਾ ਇਹ ਹੈ ਕਿ ਕਾਰਪੋਰੇਟ ਕੰਪਨੀਆਂ ਆ ਗਈਆਂ, ਉਹਨੇ ਗ੍ਰਾਹਕ ਆਪਣੇ ਵੱਲ ਖਿੱਚ ਲੈਣੇ, ਉਹ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ ਐਮਐਸਪੀ ਚੋਂ ਬਾਹਰ ਨਿਕਲ ਜਾਣਾ, ਫੇਜ਼ ਆਊਟ ਮੈਨਰ 'ਚ। ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀਆਂ ਬੈਠੀਆਂ ਰਹਿ ਜਾਣੀਆਂ ਤੇ ਜਿਹੜਾ ਹੈ ਉਹ ਐਮਐਸਪੀ ਖਤਮ ਹੋ ਜਾਣਾ। ਸਰਕਾਰ ਅੱਛਾ, ਮੇਨ ਖਦਸ਼ਾ ਇਹ ਆ ਵੀ ਪਹਿਲਾਂ ਕਾਰਪੋਰੇਟ ਆਉਣਗੇ, ਹੌਲੀ ਹੌਲੀ ਉਹ ਕਰਦੇ, ਜਦੋਂ ਕਿਸਾਨਾਂ ਦਾ ਖਦਸ਼ਾ ਹੈਗਾ ਇੱਕ ਸਟੇਜ ਤੇ ਸਰਕਾਰਾਂ ਨੇ ਐਮਐਸਪੀ ਠਾ ਦੇਣੀ ਹੈਗੀ। ਮਤਲਬ ਮੇਨ ਮੁੱਦਾ ਇਹੋ ਹੈਗਾ ਤੁਹਾਡੇ ਕਹਿਣ ਦਾ ਇਹ ਮਤਲਬ। ਖਦਸ਼ਾ ਜਿਹੜਾ ਹੈ ਉਹ ਇਹ ਹੈ। ਦੇਖੋ, ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 3-4 ਵਾਰੀ ਸਟੇਟਮੈਂਟ ਵੀ ਦਿੱਤੀ ਐਗਰੀਕਲਚਰ। ਵੈਸੇ ਤਾਂ ਪੋਲੀਟੀਸ਼ੀਅਨ ਕੋਈ ਵੀ ਸਟੇਟਮੈਂਟ ਦਿੰਦੇ ਲੋਕੀ ਜਿਹੜੇ ਇਤਬਾਰ ਨਹੀਂ ਕਰਦੇ ਹੈਗੇ ਆ, ਪਰ ਜਿੰਨਾ ਕੁ ਮੇਰੀ ਸਮਝ ਹੈਗੀ ਆ, ਐਮਐਸਪੀ ਨੂੰ ਸਰਕਾਰਾਂ ਇਸ ਕਰਕੇ ਡਿਸਕੰਟੀਨਿਊ ਨਹੀਂ ਕਰ ਸਕਦੀਆਂ ਕਿਉਂਕਿ ਸਰਕਾਰਾਂ ਦਾ ਐਮਐਸਪੀ ਨੂੰ ਕੰਟੀਨਿਊ ਰੱਖਣਾ ਮਜਬੂਰੀ ਹੋਏਗੀ, ਚਾਹੇ ਉਹ ਚਾਹੁੰਦੀਆਂ ਹੋਣ ਚਾਹੇ ਨਾ ਚਾਹੁੰਦੀਆਂ ਹੋਣ। ਇਹਦੇ ਬਾਰੇ ਕੀ ਤੁਹਾਡੇ ਵਿਚਾਰ ਆ? ਸਰ ਦੇਖੋ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਸਾਡਾ, ਜਿਹਦੇ 'ਚ ਗਰੀਬਾਂ ਨੂੰ ਅਨਾਜ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾਂਦਾ। ਹਾਂਜੀ ਸਾਡੀ ਫੌਜ ਵਾਸਤੇ ਜਿਹੜਾ ਹੈ ਉਹ ਅਨਾਜ ਖਰੀਦਣਾ ਪੈਣਾ। ਹਾਂਜੀ ਫੂਡ ਸਿਕਿਉਰਿਟੀ ਲਈ ਐਫਸੀਆਈ ਨੂੰ ਇੱਕ ਬਫਰ ਸਟਾਕ ਆ ਜਿਹੜਾ ਰੱਖਣਾ ਪੈਂਦਾ। ਬਿਲਕੁਲ, ਸੋ ਬਫਰ ਸਟਾਕ 3 ਸਾਲ ਦਾ ਘੱਟੋ ਘੱਟ ਭੰਡਾਰ ਰੱਖਣੇ ਪੈਣੇ। ਉਹ ਇੱਕ ਮਿਨੀਮਮ ਪਰਚੇਜ਼ ਸਰਕਾਰ ਨੂੰ ਹਰ ਹਾਲਤ 'ਚ ਕਰਨੀ ਪੈਣੀ। ਹਾਂਜੀ। ਪਰ ਜੇ ਸਾਨੂੰ ਐਮਐਸਪੀ ਬਾਰੇ ਸਾਰਿਆਂ ਦੀ ਰਾਏ ਇਹ ਹੈ ਕਿ ਐਮਐਸਪੀ ਨਾਲ ਇੱਕ ਸਿਕਿਉਰਿਟੀ, ਇੱਕ ਛਤਰੀ ਜਿਹੜੀ ਹੈ ਉਹ ਪ੍ਰੋਵਾਈਡ ਹੋ ਗਈ ਹੈ ਕਲਟੀਵੇਟਰ ਨੂੰ, ਜ਼ਿਮੀਦਾਰ ਨੂੰ। ਉਹ ਬਾਕੀ ਫਸਲ ਬਾਰੇ ਸੋਚ ਨਹੀਂ ਰਿਹਾ ਕਿ ਪੰਜਾਬ 'ਚ ਅਸੀਂ ਵਾਟਰਮੈਲਨ ਦੀ ਕਾਸ਼ਤ ਵੀ ਕਰ ਸਕਦੇ ਹਾਂ, ਕਿ ਪੰਜਾਬ 'ਚ ਅਸੀਂ ਅੰਗੂਰਾਂ ਦੀ ਕਾਸ਼ਤ ਵੀ ਕਰ ਸਕਦੇ ਹਾਂ, ਕਿ ਪੰਜਾਬ 'ਚ ਅਸੀਂ ਹੋਰ ਜਿਹੜੀਆਂ ਕੈਸ਼ ਕ੍ਰੌਪਸ ਹੈ ਉਹ ਵੀ ਉਗਾ ਸਕਦੇ ਹਾਂ। ਐਮਐਸਪੀ ਨੇ ਬੇਸਿਕਲੀ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਵੀ। ਤੇ ਕਾਰਪੋਰੇਟ ਕੰਪਨੀਆਂ ਜੇ ਆਣਗੀਆਂ, ਇਨਵੈਸਟ ਕਰਨਗੀਆਂ, ਦੇਖੋ ਕੰਪਨੀਆਂ ਕਿੱਦਾਂ ਦੀਆਂ ਹੈ ਉਹ, ਕਿ ਤੁਹਾਡਾ 24 ਘੰਟੇ ਦੇ ਵਿੱਚ ਸਮਾਨ ਤੜਵਾ ਕੇ ਯੂਰਪੀਅਨ ਮਾਰਕੀਟ 'ਚ ਵੇਚ ਸਕਦੀ। ਮੈਂ ਉਸੇ ਗੱਲ ਤੇ ਆਉਣ ਲੱਗਾ ਸੀ। ਮੈਂ ਇੰਗਲੈਂਡ ਕੈਨੇਡਾ ਬਾਹਰ ਵਿੱਚ ਜਾਣਾ ਰਹਿਣਾ ਹੈਗਾ। ਮੰਨ ਲਓ ਇੰਗਲੈਂਡ ਦੇਖੋ, ਕੈਨੇਡਾ ਦੇਖੋ, ਉੱਥੇ ਮੰਨ ਲਓ ਅਮਰੂਦ ਆ, ਉਹ ਘੱਟੋ ਘੱਟ ਵੱਡੇ ਸਟੋਰ ਵਿੱਚ 40 ਕੰਟਰੀਆਂ ਦਾ ਪਿਆ ਹੈਗਾ। ਜੀ ਅਮਰੂਦ ਇਸ ਤਰ੍ਹਾਂ ਹੀ ਆ, ਮੈਲਨ ਆ, ਵਾਟਰਮੈਲਨ ਆ, ਐਪਲ ਆ। ਮਤਲਬ ਜੇ ਵੱਡੇ ਕਾਰਪੋਰੇਟ ਹਾਊਸ ਆ ਜਾਣਗੇ, ਪੰਜਾਬ ਦੀ ਸਬਜ਼ੀ 8 ਘੰਟੇ ਵਿੱਚ ਇੰਗਲੈਂਡ ਪਹੁੰਚ ਜਾਏਗੀ, ਉਹਦੇ ਵਿੱਚ ਮਾੜੀ ਗੱਲ ਕੀ ਚੀਜ਼ ਆ? ਇਹਨਾਂ ਨੂੰ ਤਾਂ ਬੈਨੀਫਿਟ ਮਿਲੇਗਾ। ਬਿਲਕੁਲ। ਅੱਛਾ, ਇੱਕ ਭਾਰਸਾ ਬਹੁਤ ਵੱਡਾ ਜਿਹੜਾ ਭੁਲੇਖਾ ਪਾਉਣ ਦੀ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਅਸੀਂ ਆਪਣਾ 2 ਕੁਆਂਟਲ ਸਮਾਨ ਲੈ ਕੇ ਕਿੱਥੇ ਜਾਵਾਂਗੇ ਜੀ, ਅਸੀਂ ਆਪਣੀ 4 ਕੁਆਂਟਲ ਫਸਲ ਲੈ ਕੇ ਕਿੱਥੇ ਤਾਮਿਲਨਾਡੂ ਵੇਚਣ ਜਾਵਾਂਗੇ। ਇਹ ਇੱਕ ਸਪਲਾਈ ਚੇਨ ਹੁੰਦੀ। ਅਸਾਮ ਦੀ ਚਾਹ ਜੇ ਸਾਡੇ ਅੱਜ ਰਸੋਈ 'ਚ ਪਹੁੰਚਦੀ ਹੈ, ਉਹਦਾ ਜ਼ਿਮੀਦਾਰ ਆਪ ਲੈ ਕੇ ਨਹੀਂ ਆਉਂਦਾ।
ਉਹ ਤਾਂ ਜਿਹੜੀਆਂ ਵੱਡੇ ਟ੍ਰੇਡਿੰਗ ਹਾਊਸ ਆ ਉਹਨਾਂ ਨੇ ਕਰਨੀ, ਛੋਟਾ ਮੋਟਾ ਵੱਡੇ ਜਿਹੜੇ ਚੇਨ ਜਿਹੜੀ ਹੁੰਦੀ ਹੈ। ਬਿਲਕੁਲ ਬਿਲकुल, ਉਹ ਸਪਲਾਈ ਚੇਨ ਹੁੰਦੀ ਹੈ। ਉਹ ਸਪਲਾਈ ਚੇਨ ਜੇ ਪ੍ਰਾਈਸ ਰਾਈਜ਼ ਕਿਤੇ ਹੁੰਦਾ ਯੂਰਪੀਅਨ ਮਾਰਕੀਟ 'ਚ, ਮੰਨ ਲਓ ਕਿਸੇ ਚੀਜ਼ ਦਾ ਵਾਧੂ ਪ੍ਰਾਈਸ ਹੈ, ਤਾਂ ਉਹਦਾ ਬੈਨੀਫਿਟ ਪ੍ਰੋਡਿਊਸਰ ਨੂੰ ਵੀ ਮਿਲਣਾ, ਕੁਝ ਨਾ ਕੁਝ ਬੈਨੀਫਿਟ ਜਿਹੜਾ ਸਪਲਾਈ ਚੇਨ ਦੀਆਂ ਬਾਕੀ ਕੜੀਆਂ ਹੈ ਉਹਨਾਂ ਨੇ ਵੀ ਖੱਟਣਾ, ਤੇ ਸਾਰਿਆਂ ਨੂੰ ਇਕੁਅਲੀ ਡਿਸਟ੍ਰੀਬਿਊਟ ਹੁੰਦਾ ਮਾਰਕੀਟ ਦੇ ਹਿਸਾਬ ਨਾਲ। ਤੁਸੀਂ ਆਪਣਾ ਲੈ ਕੇ ਕਿੰਨਾ ਹੁੰਦਾ। ਅੱਜ ਇਹ ਮਸਾਲੇ ਕੇਰਲਾ ਦੇ ਮਸਾਲੇ ਸਾਡੇ ਕੋਲ ਪਹੁੰਚਦੇ ਆ ਤਾਂ ਉਹ ਕਿਸਾਨ ਆਪ ਨਹੀਂ ਲੈ ਕੇ ਆਉਂਦੇ, ਉਹ ਇੱਕ ਸਪਲਾਈ ਚੇਨ ਹੈ, ਵੈਲਿਊ ਚੇਨ ਹੈ, ਉਹ ਵੈਲਿਊ ਚੇਨ ਸਾਡੇ ਤੱਕ ਪਹੁੰਚਾਉਂਦੀ ਹੈ। ਹਾਂਜੀ, ਜਿਵੇਂ ਰਣ ਬਹਾਦਰ ਜੀ ਜਲੰਧਰ ਵਿੱਚ 6-7 ਜਿਵੇਂ ਸਪੋਰਟਸ ਮਾਰਕੀਟ ਬਹੁਤ ਅੱਛੀ ਹੈਗੀ ਆ, ਮਸ਼ੀਨ ਟੂਲਸ ਬਹੁਤ ਆ, ਹੈਂਡ ਟੂਲਸ ਬੜੇ ਆ। ਮੰਨ ਲਓ ਕਿਸੇ ਦੀ ਛੋਟੀ ਫੈਕਟਰੀ, ਮੰਨ ਲਓ ਮੇਰੀ ਛੋਟੀ ਫੈਕਟਰੀ ਆ, ਉਹ ਜਿੰਨਾ ਫੈਕਟਰੀ ਦਾ ਮਾਲ ਆ ਉਹ ਉਹਨੇ ਜਲੰਧਰ ਦੇ ਜਿਹੜਾ ਮੀਡੀਅਮ ਟ੍ਰੇਡਰ ਉਹਨੂੰ ਦੇ ਦੇਣਾ, ਉਹਨੇ ਉਹ ਜਿਹੜੇ ਆਪਣੇ ਮੁੰਬਈ ਵਾਲਾ ਟ੍ਰੇਡਰ ਉਹਨੂੰ ਦੇ ਦੇਣਾ, ਉੱਥੋਂ ਉਹਨੇ ਐਕਸਪੋਰਟ ਕਰ ਦੇਣਾ ਹੈਗਾ। ਇੱਦਾਂ ਹੀ ਇਹ ਕਿਸਾਨਾਂ ਦਾ ਜਿਹੜੀ ਪ੍ਰੋਡਿਊਸ ਆ, ਜਿਹੜੀ ਲੋਕਲ ਲੈਵਲ ਤੇ ਮੰਡੀਆਂ ਵਿੱਚ ਉਹ ਜਿਹੜੇ ਮੀਡੀਅਮ ਵਾਲੇ ਟ੍ਰੇਡਰ ਉਹ ਲੈ ਲੈਣਗੇ, ਉਹ ਅੱਗੇ ਦੇ ਦੇਣਗੇ। ਇੱਦਾਂ ਪੋਸੀਬਲ ਲੱਗਦਾ ਤੁਹਾਨੂੰ? ਨਹੀਂ, ਦੇਖੋ ਵੈਲਿਊ ਚੇਨ 'ਚ ਕਿਸੇ ਨੂੰ ਇਨਸੈਂਟਿਵ ਹੋਊਗਾ ਤਾਂ ਹੀ ਉਹ ਵੈਲਿਊ ਚੇਨ 'ਚ ਇਨਵੈਸਟ ਕਰੂਗਾ। ਅੱਛਾ ਜੀ, ਹਾਂਜੀ ਬਿਲਕੁਲ ਠੀਕ ਹੈ। ਕਿਸੇ ਨੇ ਵੇਅਰ ਹਾਊਸਿੰਗ ਕੰਪਨੀ, ਹੁਣ ਜ਼ਿਆਦਾਤਰ ਅਸੀਂ MSP ਦੀ ਗੱਲ ਕੀਤੀ ਹੈ, ਦੇਖੋ MSP ਦਾ ਇਹ ਅੰਕੜੇ ਡਾਟਾ ਕਹਿੰਦਾ ਕਿ 6% ਕਿਸਾਨ ਹੈ ਜਿਹੜਾ MSP ਦਾ ਫਾਇਦਾ ਚੁੱਕ ਸਕਦੇ। ਸਿਰਫ 6%? ਇਹ 6%, ਉਹ ਵੀ ਜ਼ਿਆਦਾਤਰ ਜਿਹੜਾ ਉਹਨਾਂ ਦੀ ਮੈਜੋਰਿਟੀ ਹੈ ਪੰਜਾਬ ਤੇ ਹਰਿਆਣਾ 'ਚ। ਉਹ 6% ਦੀ, ਜਿਹੜੇ ਬਾਕੀ ਆ ਉਹਨਾਂ ਨੂੰ MSP ਦਾ ਕੋਈ ਫਾਇਦਾ ਨਹੀਂ ਪਹੁੰਚਦਾ। ਪਰ ਵੀ ਸਾਡੀ ਜਿਹੜੀ ਹੈ ਪਰ ਹੈਕਟੇਅਰ ਇਨਕਮ ਹੈ ਉਹ ਬਾਕੀ ਸਟੇਟਸ ਨਾਲੋਂ, ਕੇਰਲਾ ਨਾਲੋਂ ਘੱਟ ਹੈ। ਕਿਉਂ? ਕਿਉਂਕਿ ਉਹਨੇ ਅਲਟਰਨੇਟਿਵ ਜਿਹੜੀ ਹੈ ਕ੍ਰੌਪ ਸਿਸਟਮ ਹੈ, ਅਲਟਰਨੇਟਿਵ ਜਿਹੜੀਆਂ ਫਸਲਾਂ ਉਗਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਉਹਦੇ ਨਾਲ ਉਹਨਾਂ ਦੀ ਇਨਕਮ ਵੱਧ ਰਹੀ ਹੈ। ਅਸੀਂ ਸਿਰਫ ਝੋਨੇ ਤੇ ਕਣਕ 'ਚ ਹੀ ਫਸੇ ਹੋਏ। ਖਾਸ ਤੌਰ ਤੇ ਝੋਨੇ ਵਿੱਚੋਂ ਨਹੀਂ ਤੁਹਾਨੂੰ ਲੱਗਦਾ ਪੰਜਾਬ ਨੂੰ? ਇੱਕ ਤਾਂ ਪਾਣੀ ਘਟੀ ਜਾਂਦਾ ਹੈਗਾ, ਇੱਕ ਉਹ ਜਿਹੜਾ ਹੈਗਾ ਕੁਝ ਟਿਊਬਵੈਲ ਨਾਲ ਆਉਂਦੇ, ਕੁਝ ਬਿਜਲੀ ਨਾਲ ਆਉਂਦੇ, ਕਿੰਨਾ ਖਰਚਾ ਆਉਂਦਾ ਹੈਗਾ। ਇਸ ਚੱਕਰ ਚੋਂ ਨਹੀਂ ਬਾਹਰ ਨਿਕਲਣਾ ਚਾਹੀਦਾ ਜਾਂ ਸਰਕਾਰਾਂ ਨੂੰ ਕੱਢਣਾ ਚਾਹੀਦਾ? ਇਹ ਤਾਂ ਦੇਖੋ ਜੀ, ਸਰਕਾਰਾਂ ਵੀ ਤੇ ਪਾਲਿਸੀ ਮੇਕਰ ਵੀ ਇਸ ਗੱਲ ਤੇ ਸਹਿਮਤ ਹੈ ਕਿ ਝੋਨਾ ਜਿਹੜਾ ਗਾ ਉਹ ਸਾਡੇ ਜਿਓਗ੍ਰਾਫਿਕਲ ਏਰੀਆ ਜਿਹੜਾ ਪੰਜਾਬ ਦਾ ਉਹਦੇ ਸੂਟੇਬਲ ਨਹੀਂ ਹੈ। ਇੱਥੇ ਮੌਨਸੂਨ ਇੰਨੀ ਨਹੀਂ ਹੈ। ਪੰਜਾਬ ਦੀ ਜਿਹੜੀ ਲੈਂਡ ਹੈ, ਮਾਨਸਾ, ਬਠਿੰਡਾ, ਜਿਹਨੂੰ ਆਪਾਂ ਮਾਲਵਾ ਬੈਲਟ ਕਹਿੰਦੇ ਆ, ਉਹ ਝੋਨੇ ਦੇ ਬਿਲਕੁਲ ਅਨੁਕੂਲ ਨਹੀਂ ਹੈ। ਹਾਂ ਬਿਲਕੁਲ, ਹਾਂਜੀ। ਪਰ ਕੈਪੀਟਾ ਜਿਹੜੀ ਕੰਜ਼ੰਪਸ਼ਨ ਹੈ, ਉਹ ਉਤਪਾਦਨ ਕਰਨ ਵਾਸਤੇ ਝੋਨੇ ਵਾਸਤੇ ਕਿ 1 ਕਿਲੋ ਝੋਨਾ ਪੈਦਾ ਕਰਨ ਵਾਸਤੇ ਕਿੰਨਾ ਪਾਣੀ ਲੱਗਦਾ ਹੈ, ਉਹ ਵੀ ਪੰਜਾਬ ਦੀ ਸਭ ਤੋਂ ਜ਼ਿਆਦਾ ਹੈ। ਇਹਦੇ ਨਾਲ ਸਾਡੇ ਰਿਸੋਰਸਿਸ ਤੇ ਅਸਰ ਪੈ ਰਿਹਾ, ਗਰਾਊਂਡ ਵਾਟਰ ਲੈਵਲ ਹੀਠਾਂ ਜਾ ਰਿਹਾ, ਸਟਬਲ ਬਰਨਿੰਗ ਦੀ ਪ੍ਰੋਬਲਮ ਅਲੱਗ ਤੇ ਆ ਜਿਹੜੀ ਹਰ ਸਾਲ ਆਉਂਦੀ ਹੈ। ਤੇ ਇਹ ਸਮੱਸਿਆਵਾਂ ਕਰਕੇ ਝੋਨੇ ਚੋਂ ਨਿਕਲਣਾ ਚਾਹੀਦਾ। ਵੀਟ ਪੈਡੀ ਜਿਹੜਾ ਸਰਕਲ ਬਣਿਆ ਵਾ ਇਹਨੂੰ ਤੋੜਨਾ ਚਾਹੀਦਾ। ਇਸ ਗੱਲ ਬਾਰੇ ਸਾਰੇ ਸਹਿਮਤੀ ਹੈ, ਪਰ ਇਹ ਕੀਤਾ ਕਿੱਦਾਂ ਜਾਵੇ ਜਿਹਦੇ ਨਾਲ ਕਿਸਾਨ ਦਾ ਨੁਕਸਾਨ ਵੀ ਨਾ ਹੋਵੇ, ਉਹਦੀ ਇੱਕ ਇਨਕਮ ਸ਼ੋਰਟੀ ਵੀ ਹੋਵੇ। ਹੌਲੀ ਹੌਲੀ ਜਿਹੜੀ ਹੈ ਉਹ ਸ਼ਿਫਟਿੰਗ ਹੋ ਸਕਦੀ, ਕਿਉਂਕਿ ਇੱਕ ਕ੍ਰੌਪ ਕਲਚਰ ਹੁੰਦਾ, ਕ੍ਰੌਪ ਕਲਚਰ ਵਿਕਸਿਤ ਹੋ ਗਿਆ ਵਾ ਪੰਜਾਬ 'ਚ ਪੈਡੀ ਤੇ ਵੀਟ ਦਾ। ਉਸ ਕ੍ਰੌਪ ਕਲਚਰ ਚੋਂ ਕੱਢਣ ਲਈ ਸਰਕਾਰਾਂ ਜਿਹੜੀਆਂ ਇਨਸੈਂਟਿਵ ਦੇ ਸਕਦੀਆਂ ਕਿ ਤੁਸੀਂ, ਜਿਵੇਂ ਰਣ ਬਹਾਦਰ ਜੀ ਜਿਹੜੀ ਸ਼ਿਮਲੇ ਦੀ ਮੈਂ ਐਗਜ਼ਾਮਪਲ ਦਿੰਦਾ, ਸ਼ਿਮਲੇ ਦੀ ਗਾਜਰ ਆ ਜਿਹੜੀ ਪੰਜਾਬ ਦੀ ਗਾਜਰ ਤਾਂ ਸਰਦੀਆਂ ਨੂੰ 2-3 ਮਹੀਨੇ ਹੁੰਦੀ ਹੈ ਨਾ, ਸ਼ਿਮਲੇ ਦੀ ਗਾਜਰ ਪੂਰਾ ਹੁਣ ਅੱਜ ਕੱਲ੍ਹ ਵੀ ਮੰਡੀ ਵਿੱਚ ਪੂਰੀ ਉਹ ਸਪਲਾਈ ਹੁੰਦੀ ਹੈਗੀ ਆ। ਉਹ ਕਈਆਂ ਨੇ ਤਾਂ ਸਾਫ਼ ਵੀ ਨਹੀਂ ਕੀਤੀ, ਮਿੱਟੀ ਲੱਗੀ ਹੋਈ ਹੁੰਦੀ, ਧੋਂਦੇ ਜਿਹੜੇ ਕੰਜ਼ਿਊਮਰ ਘਰ ਲਿਆ ਕੇ ਧੋਂਦੇ ਹੈਗੇ। ਇਸ ਤਰ੍ਹਾਂ ਹੀ ਮੰਨ ਲਓ ਜੇ ਉਹ ਸਬਜ਼ੀਆਂ ਕਿਸਾਨ ਦੇ ਬੀਜਣਗੇ, ਵੱਡੇ ਹਾਊਸ ਆ ਜਾਣਗੇ, ਉਹ ਸਬਜ਼ੀਆਂ ਲੈ ਕੇ ਉਹਨਾਂ ਦਾ ਸਟੋਰ ਕਰ ਲੈਣਗੇ ਸਾਰਾ। ਈਵਨ ਆ ਗੋਭੀ ਵੀ ਆਊਟ ਆਫ ਸੀਜ਼ਨ ਜਿਹੜੀ ਇੰਨੀ ਮਹਿੰਗੀ ਵਿਕਦੀ ਆ 80-80, 90-90 ਰੁਪਏ ਕਿਲੋ, ਇਹਦੇ ਵੱਲ ਨਹੀਂ ਕਿਸਾਨ ਜਾ ਸਕਦੇ ਹੈਗੇ ਜੇ ਵੱਡੇ ਕਾਰਪੋਰੇਟ ਉਹਨਾਂ ਨੂੰ ਲੈ ਕੇ ਸਟੋਰਾਂ ਵਿੱਚ ਰੱਖ ਕੇ ਸਾਰਾ ਸਾਲ ਇੱਥੇ ਨਹੀਂ ਬਲਕਿ ਮਾਰਕੀਟ ਕੰਜ਼ਿਊਮ ਹੁੰਦੀ, ਖਤਮ ਹੁੰਦੀ। ਹਿਮਾਚਲ ਪ੍ਰਦੇਸ਼ ਸ਼ਿਮਲੇ ਦੀ ਗੱਲ ਕੀਤੀ ਹੈ, ਉੱਥੇ ਜਿਹੜਾ ਮੌਸਮ ਹੈ ਉਹ ਠੰਡਾ ਰਹਿੰਦਾ ਲਗਭਗ ਸਾਰਾ ਸਾਲ, ਜਿਹੜਾ ਕਿ ਸਬਜ਼ੀਆਂ ਨੂੰ ਬੜਾ ਅਨੁਕੂਲ ਮੌਸਮ ਹੈ। ਅੱਛਾ ਜੀ। ਉਹਨਾਂ ਨੇ ਇਸ ਲਈ ਆਪਣੇ ਆਪ ਨੂੰ ਇਸ ਚੀਜ਼ 'ਚ ਪਰਫੈਕਸ਼ਨ ਦੇਤੀ ਕਿ ਜਿਸ ਲਈ ਸਾਡਾ এনवायरमेंट ਜਿਸ ਸਬਜ਼ੀ ਲਈ, ਜਿਸ ਫਸਲ ਲਈ ਅਨੁਕੂਲ ਹੈ, ਅਸੀਂ ਉਹ ਉਗਾਈਏ। ਸਾਨੂੰ ਵੀ ਸੋਚਣਾ ਚਾਹੀਦਾ ਕਿ ਸਾਡਾ ਇੱਥੇ এনवायरमेंट ਤੇ ਕਲਾਈਮੇਟ ਕਿਸ ਫਸਲ ਲਈ ਅਨੁਕੂਲ ਹੈ, ਉਹ ਫਸਲਾਂ ਜਿਹੜੀਆਂ ਇੱਥੇ ਉਗਾਈਆਂ ਜਾਣ, ਜਿਹਦਾ ਕਿ ਬਾਹਰ ਮਾਰਕੀਟ 'ਚ ਅਸੀਂ ਕੰਪੀਟੀਸ਼ਨ ਕਰ ਸਕੀਏ। ਹਾਂਜੀ। ਅੱਛਾ, ਹੁਣ ਇੱਕ ਮੈਂ ਰੀਜਨਲ ਟੌਪਿਕ ਤੇ ਆਉਣਾ ਹੈਗਾ। ਦੇਖੋ, ਇੱਕ
ਵੱਖ-ਵੱਖ ਪੋਲੀਟੀਕਲ ਪਾਰਟੀਆਂ, ਆਪਾਂ ਕੋਈ ਪੋਲੀਟੀਸ਼ੀਅਨ ਨਹੀਂ, ਨਾ ਹੀ ਇਹਨਾਂ ਦੀ ਆਪਾਂ ਵੋਟ ਬੈਂਕ ਤੋਂ ਕੁਝ ਲੈਣਾ ਦੇਣਾ ਹੈਗਾ। ਜੀ ਇਹ ਜਿਹੜੇ ਅਕਾਲੀ ਦਲ ਆ ਜਾਂ ਕਾਂਗਰਸ ਵਾਲੇ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਹੈਗੀਆਂ, ਇਹ ਕਿਸਾਨਾਂ ਨੂੰ ਵੋਟ ਬੈਂਕ ਕਰਕੇ ਗੁੰਮਰਾਹ ਕਰ ਰਹੀਆਂ ਕਿ ਸੱਚਮੁੱਚ ਇਹਨਾਂ ਦੇ ਸਿੰਪੈਥਾਈਜ਼ਰ ਆ? ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਦੇਖੋ ਭਾਰਤ ਸਾਹਿਬ, ਜਿਹੜੀ ਪੋਲੀਟੀਕਲ ਪਾਰਟੀ ਹੈ ਉਹਨੇ ਆਪਣਾ ਪੋਲੀਟੀਕਲ ਮਾਈਲੇਜ ਦੇਖਣਾ ਹੁੰਦਾ ਤੇ ਦੇਖ ਲੋਕ ਮੁੱਦਿਆਂ 'ਚ ਆਉਂਦਾ। ਹਾਂਜੀ, ਜੇ ਲੋਕ ਕਿਸੇ ਗੱਲ ਨੂੰ ਪਸੰਦ ਨਹੀਂ ਕਰਦੇ, ਜੇ ਲੋਕ ਤੇ ਮੁੱਦੇ ਦੁਆਲੇ ਮੋਬਿਲਾਈਜ਼ ਹੈ, ਤਾਂ ਨੈਚੁਰਲੀ ਪੋਲੀਟੀਕਲ ਪਾਰਟੀਆਂ ਨੇ ਉਹ ਗੱਲ ਕਰਨੀ ਹੁੰਦੀ ਜਿਹਦੇ 'ਚ ਲੋਕ ਕਿ ਉਹਨਾਂ ਦਾ ਹਿੱਤ ਹੈ। ਹਾਂਜੀ ਹਾਂਜੀ, ਠੀਕ ਠੀਕ। ਤਾਂ 3 ਆਰਡੀਨੈਂਸ ਜਾਰੀ ਕੀਤੇ, ਇਹਦਾ ਨੋਟੀਫਿਕੇਸ਼ਨ ਹੋਇਆ, ਉਦੋਂ ਤੋਂ ਕੁਝ ਕਿਸਾਨ ਜਥੇਬੰਦੀਆਂ ਸੀ ਜਿਹੜਾ ਇਹਦਾ ਵਿਰੋਧ ਕਰਦੀਆਂ ਸੀ, ਖਾਸ ਕਰਕੇ ਜਿਹੜੀਆਂ ਐਕਸਟ੍ਰੀਮ ਲੈਫਟ ਵਾਲੀਆਂ ਕਿਸਾਨ ਜਥੇਬੰਦੀਆਂ ਹੈ। ਹਾਂਜੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ, ਜਿਹੜੇ ਕਿ ਲਖਵਾਲ ਗਰੁੱਪ ਨਾਲੋਂ ਅਲੱਗ, ਹੌਲੀ-ਹੌਲੀ ਮੋਮੈਂਟਮ ਗਿਆ ਤੇ ਲੋਕ ਇਹਨਾਂ ਆਰਡੀਨੈਂਸਸ ਦੇ ਖਿਲਾਫ ਹੁੰਦੇ ਗਏ। ਆਰਡੀਨੈਂਸਸ ਤੋਂ ਬਾਅਦ ਇਹ ਬਿੱਲ ਬਣ ਗਿਆ ਤੇ ਇਹ ਲਹਿਰ ਜਿਹੜੀ ਹੈ ਹੋਰ ਕਿਸਾਨਾਂ ਦੀ ਮਜ਼ਬੂਤ ਹੁੰਦੀ ਗਈ ਤੇ ਪੋਲੀਟੀਕਲ ਪਾਰਟੀਆਂ ਨੇ ਇਸ ਚ ਓਪਰਚੁਨਿਟੀ ਦੇਖੀ ਹੈ ਕਿ ਅੱਜ ਕਿਸਾਨ ਮੋਬਿਲਾਈਜ਼ ਹੋਇਆ ਕਿਸੇ ਮੁੱਦੇ ਦੁਆਲੇ, ਅਸੀਂ ਵੀ ਜਿਹੜਾ ਹੈ ਉਹ ਆਪਣਾ ਬਣਦਾ ਹਿੱਸਾ ਇਹਦੇ ਚ ਪਾਈਏ। ਸੋ ਨੈਚੁਰਲ ਪੋਲੀਟੀਕਲ ਪਾਰਟੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ ਲੋਕਾਂ ਦੀਆਂ, ਤੇ ਲੋਕ ਜਿਸ ਮੁੱਦੇ ਨੂੰ, ਜਿਸ ਚੀਜ਼ ਨੂੰ ਪਸੰਦ ਕਰਦੇ ਆ, ਉਹਨਾਂ ਨੇ ਉਹਦੀ ਹਾਂ ਚ ਹਾਂ ਮਿਲਾਣੀ ਹੁੰਦੀ ਹੈ। ਸਮਝਿਆ। ਇਸ ਵੇਲੇ ਮੈਂ ਕਹਿੰਦਾ ਇੱਕ ਕਮਿਊਨੀਕੇਸ਼ਨ ਗੈਪ ਇਹਨਾਂ ਤੋਂ ਜ਼ਰੂਰ ਰਿਹਾ ਮੋਦੀ ਸਾਹਿਬ ਤੋਂ, ਕਿ ਇਹ ਲੋਕਾਂ ਨੂੰ ਸਮਝਾ ਨਹੀਂ ਸਕੇ ਤੇ ਜਿਸ ਤਰੀਕੇ ਨਾਲ ਇਹ ਲਾਗੂ ਕੀਤਾ ਗਿਆ, ਬਿਨਾਂ ਜਿਹੜੇ ਸਟੇਕ ਹੋਲਡਰ ਹੈ ਉਹਨਾਂ ਦੀ ਰਾਏ ਲਏ ਤੋਂ ਬਿਨਾਂ ਜਾਂ ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ, ਉਹਨੇ ਕਿਤੇ ਨਾ ਕਿਤੇ ਸ਼ੰਕੇ ਜਿਹੜੇ ਆ ਜ਼ਰੂਰ ਖੜੇ ਕੀਤੇ। ਮੈਨੂੰ ਇੱਕ ਫਿਰੋਜ਼ਪੁਰ ਤੋਂ ਬੜੇ ਵੱਡੇ ਕਿਸਾਨ ਦਾ ਫੋਨ ਆਇਆ ਸੀ, ਉਹ ਕਹਿੰਦਾ ਸੀ ਜੀ ਮੋਦੀ ਸਾਹਿਬ ਨੂੰ ਖਾਸ ਤੌਰ ਤੇ ਅਜੇ ਲੋਕੀ ਕਰੋਨਾ ਦੇ ਚੱਕਰ 'ਚ ਫਸੇ ਹੋਏ ਹੈਗੇ ਆ, ਇਹਦੇ ਅਜੇ ਇਸ ਹਿਸਾਬ ਨਾਲ ਕੋਈ ਬਿੱਲ ਇਹ ਕਰਨੇ ਨਹੀਂ ਸੀ ਚਾਹੀਦੇ, ਕਰੋਨਾ ਦਾ ਫੇਜ਼ ਖਤਮ ਹੋ ਜਾਂਦਾ ਉਹ ਤੋਂ ਬਾਅਦ ਵਿੱਚ ਕਿਤੇ ਇੰਟਰੋਡਿਊਸ ਕਰਦੇ ਹੋ ਵੀ ਕਿਸਾਨਾਂ ਜਥੇਬੰਦੀਆਂ ਨੂੰ ਜਾਗਰੂਕ ਕਰਕੇ। ਤੁਹਾਡੇ ਇਸ ਗੱਲ ਨਾਲ ਸਹਿਮਤ ਹੋ ਤੁਸੀਂ? ਬਿਲਕੁਲ। ਜੇ ਤੁਸੀਂ ਆਰਡੀਨੈਂਸ ਰੂਟ ਤੁਹਾਨੂੰ ਅਖਤਿਆਰ ਕਰਨ ਦੀ ਕਿਉਂ ਜ਼ਰੂਰਤ ਪਈ ਸੀ, ਜਦੋਂ ਕਿ 2 ਮਹੀਨੇ ਬਾਅਦ ਪਾਰਲੀਮੈਂਟ ਦਾ ਸੈਸ਼ਨ ਆਉਣ ਵਾਲਾ ਸੀ। ਹਾਂ, ਬਿਲਕੁਲ ਬਿਲਕੁਲ। ਬਜਟ ਬਣਾਉਂਦੀ ਹੈ ਕੇਂਦਰ ਸਰਕਾਰ, ਬਜਟ ਤੋਂ ਪਹਿਲਾਂ ਫਿੱਕੀ ਵਾਲਿਆਂ ਨਾਲ ਗੱਲਬਾਤ ਕਰਦੀ ਹੈ, CII ਵਾਲਿਆਂ ਨਾਲ ਗੱਲਬਾਤ ਕਰਦੀ ਹੈ, ਜਿੰਨੇ ਬਿਜ਼ਨਸ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੀ ਰਾਏ ਲੈਂਦੀ ਹੈ, ਕਿਸਾਨਾਂ ਦੇ ਸੰਬੰਧ 'ਚ ਇੰਨਾ ਚੰਗਾ ਸੋਚਦੇ ਸੀ, ਭਲਾਈ ਵਾਲਾ ਸੋਚਦੇ ਸੀ, ਤਾਂ ਤੁਹਾਨੂੰ ਔਨ ਬੋਰਡ ਲੈਣਾ ਚਾਹੀਦਾ ਸੀ ਕਿਸਾਨ ਜਥੇਬੰਦੀਆਂ ਨੂੰ, ਤੁਹਾਨੂੰ ਫੀਡਬੈਕ ਚਾਹੀਦੀ ਸੀ ਥੱਲੇ ਤੋਂ, ਤੇ ਆਰਡੀਨੈਂਸ ਦੀ ਬਜਾਏ ਤੁਹਾਨੂੰ ਪਾਰਲੀਮੈਂਟ 'ਚ ਵੀ ਇਹਦੇ ਨਾਲ ਇੱਕ ਆਮ ਸਹਿਮਤੀ ਬਣਾਉਣੀ ਚਾਹੀਦੀ ਸੀ, ਕਿਉਂਕਿ ਆਮ ਸਹਿਮਤੀ ਬਣਾਉਣੀ ਕੋਈ ਔਖਾ ਕੰਮ ਨਹੀਂ ਸੀ। ਜਦੋਂ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਹੋਇਆ ਸੀ, ਬਾਕੀ ਸਾਰੇ ਵੀ ਸਹਿਮਤੀ ਸੀ, ਇੱਕ ਆਮ ਰਾਏ ਕੰਸੈਂਸਸ ਬਣ ਸਕਦਾ ਸੀ ਪਾਰਲੀਮੈਂਟ 'ਚ, ਬਜਾਏ ਆਰਡੀਨੈਂਸ ਤੇ ਬਜਾਏ ਜਿੱਦਾਂ ਪਾਰਲੀਮੈਂਟ 'ਚ ਲੋਕ ਸਭਾ ਤੇ ਰਾਜ ਸਭਾ 'ਚ ਹੰਗਾਮੇ ਨਾਲ ਵੌਇਸ ਵੋਟ ਨਾਲੇ ਪਾਸ ਹੋਇਆ, ਉਹ ਤੋਂ ਚੰਗਾ ਹੁੰਦਾ ਇਹ ਡੈਮੋਕ੍ਰੈਟਿਕ ਪਾਸ ਹੋ ਸਕਦਾ ਸੀ, ਮਤਲਬ ਕੰਸੈਂਸਸ ਨਾਲ ਪਾਸ ਹੋ ਸਕਦਾ ਸੀ, ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਕੁਝ ਐਰੋਗੈਂਸ ਜਿਹੜੀ ਹੈ ਕਿ ਸਾਡੇ ਕੋਲ 380 ਦਾ ਬਰੂਟ ਮੈਜੋਰਿਟੀ ਹੈ, ਉਸ ਐਰੋਗੈਂਸ ਨੇ ਵੀ ਥੋੜਾ ਰੋਲ ਅਦਾ ਕੀਤਾ ਹੈ ਇਹਦੇ ਵਿੱਚ। ਹਾਂ, ਬਿਲਕੁਲ ਬਿਲਕੁਲ। ਅਸਲ ਵਿੱਚ ਮੋਦੀ ਸਾਹਿਬ ਦੇ ਜਿਹੜੇ ਪਹਿਲੇ ਬਿੱਲ ਸੀ, ਜਿਵੇਂ 370 ਵਾਲਾ ਵੀ ਉਹ ਵੀ ਹੋਇਆ, ਫਿਰ ਜਿਹੜਾ NRC ਜਿਹੜਾ ਹੈਗਾ ਉਹ ਵੀ ਉਹ ਸੀ, ਵੀ ਸ਼ਾਇਦ ਉਹਨਾਂ ਨੂੰ ਕਿਹਾ ਸਾਡੇ ਕੋਲ ਕੰਪਲੀਟ ਮੈਜੋਰਿਟੀ, ਸਾਨੂੰ ਕਿਸੇ ਨੂੰ ਕੋਈ ਸਮਝਾਉਣੇ ਜਾਂ ਉਹਦੀ ਜਿਹੜੀ ਕੋਈ ਲੋੜ ਨਹੀਂ ਹੈਗੀ, ਇਹ ਵਾਲਾ ਐਲੀਮੈਂਟ ਵੀ ਕਾਫੀ ਜ਼ਿਆਦਾ ਰੋਲ ਪਲੇ ਕੀਤਾ ਹੈਗਾ। ਉੱਥੇ ਉਹਨਾਂ ਨੇ ਇੱਕ ਬਾਈਨਰੀ ਬਣਾ ਦਿੱਤੀ ਸੀ, ਇੱਕ ਕਮਿਊਨਿਟੀ ਵਰਸਸ ਦੂਜੀ ਕਮਿਊਨਿਟੀ। ਇੱਥੇ ਜਿਹੜਾ ਹੈ ਇਹ ਕੰਮ ਥੋੜਾ ਮੋਦੀ ਸਾਹਿਬ ਲਈ ਟਫ ਹੋ ਗਿਆ, ਕਿਉਂਕਿ ਜਿਹੜੀ ਕਿਸਾਨ ਜਥੇਬੰਦੀਆਂ ਹੈ ਉਹ ਪੰਜਾਬ ਤੋਂ ਇਲਾਵਾ ਹੁਣ ਹਰਿਆਣੇ 'ਚ ਵੀ ਆਪਣਾ ਜਿਹੜਾ ਹੈ ਅੰਦੋਲਨ ਕਰ ਰਹੀਆਂ ਨੇ, ਤੇ ਬੜੇ ਚੰਗੀ ਤਰ੍ਹਾਂ ਜਿਹੜੇ ਕਰ ਰਹੀਆਂ, ਪੂਰੇ ਇੰਡੀਆ 'ਚ ਹੀ ਆ ਸਮਝੋ। ਹਾਂਜੀ, ਨਾਰਥ ਇੰਡੀਆ 'ਚ ਖਾਸ ਕਰਕੇ ਜ਼ਿਆਦੇ ਹੈ। ਜੀ। ਤੋ ਮੋਦੀ ਸਾਹਿਬ ਲਈ ਆਉਣ ਵਾਲੇ ਦਿਨਾਂ 'ਚ ਥੋੜਾ ਜਿਹਾ ਟਫ ਕੰਮ ਹੋਏਗਾ ਕਿਸਾਨਾਂ ਨੂੰ ਸਮਝਾਉਣਾ। ਹੁਣ ਕੱਲ ਜਿਹੜੀ ਮੀਟਿੰਗ ਸੀ ਉਹਦੇ 'ਚ ਐਗਰੀਕਲਚਰ ਸੈਕਟਰੀ ਦਾ ਇਹਨਾਂ ਨੂੰ ਸੱਦਾ ਆਇਆ ਸੀ ਕਿ 8 ਤਰੀਕ ਨੂੰ ਅਸੀਂ ਕਿਸਾਨ ਕਾਨਫਰੰਸ ਜਿਹੜੀ ਆ ਫਾਰਮਰ ਕਾਨਫਰੰਸ ਦਿੱਲੀ 'ਚ ਕਰਨੀ ਹੈ। ਤੁਸੀਂ ਮੈਂ ਉਹੀ ਸਵਾਲ ਪੁੱਛਣ ਵਾਲਾ ਸੀ। ਦੇਖੋ, ਜੇ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਦੇ ਐਗਰੀਕਲਚਰ ਸੈਕਟਰੀ ਨੇ ਇਹਨਾਂ ਨੂੰ ਇਨਵੀਟੇਸ਼ਨ ਭੇਜੀ ਸੀ, ਤੇ 5 ਬੰਦੇ ਲੈ ਕੇ ਗਵਰਨਮੈਂਟ ਦੀ ਫੀਡਬੈਕ ਤਾਂ ਲੈ ਲੈਂਦੇ, ਆਊਟਰਾਈਟਲੀ ਰਿਜੈਕਟ ਕਰਨੇ ਦੀ ਕੀ ਲੋੜ ਸੀ? ਇੱਥੇ ਕਿਸਾਨ ਜਥੇਬੰਦੀਆਂ ਦੀ ਗਲਤੀ ਨਹੀਂ ਤੁਹਾਨੂੰ ਫੀਲ ਹੁੰਦੀ? ਨਹੀਂ, ਉਹਦੇ 'ਚ ਜਿਹੜੀ ਉਹ ਡਰਾਫਟਿੰਗ ਉਹਨਾਂ ਨੇ ਲੈਟਰ ਦੀ ਕੀਤੀ ਹੈ, ਜਿਹੜਾ ਉਹਨਾਂ ਨੂੰ ਸੱਦਾ ਆਇਆ,
ਹਾਂਜੀ ਉਹ ਗੱਲ ਇਹ ਸੀ ਕਿ ਉਹਦੇ ਚ ਲਿਖਿਆ ਗਿਆ ਕਿ ਤੁਸੀਂ ਆਓ, ਅਸੀਂ ਤੁਹਾਨੂੰ ਸਮਝਾਉਂਦੇ ਆ ਕਿ ਇਸ ਬਿੱਲ ਦੇ ਕੀ ਕੀ ਫਾਇਦੇ ਆ। ਜਾਂ ਤਾਂ ਡਿਸਕਸ ਇਸ ਬਿੱਲ ਦਾ ਇਹ ਸੰਬੰਧੀ ਕਹਿਣਾ ਸੀ ਕਿ ਵਿਚਾਰ ਵਟਾਂਦਰਾ ਕਰਾਂਗੇ ਕਿ ਸਾਨੂੰ ਸਮਝਾਉਣ ਲਈ ਬੁਲਾਇਆ ਜਾ ਰਿਹਾ ਕਿ ਤੁਹਾਨੂੰ ਆਹ ਫਾਇਦੇ ਆ, ਇਸ ਬਿੱਲ 'ਚ ਕਿਸੇ ਤਰ੍ਹਾਂ ਦੀ ਇਹਨੂੰ ਰੈਕਟੀਫਾਈ ਜਾਂ ਮੋਡੀਫਿਕੇਸ਼ਨ ਕਰਨ ਲਈ ਨਹੀਂ, ਸਾਨੂੰ ਸਮਝਾਉਣ ਲਈ ਬੁਲਾਇਆ ਜਾ ਰਿਹਾ, ਇਸ ਲਈ ਰੱਦ ਕਰ ਦਿੱਤਾ। ਪਰ ਫਿਰ ਵੀ ਇਹ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਵਿੱਚ ਬੰਦੇ ਰਾਜ਼ੀ ਨੇ ਕਿ ਸਾਨੂੰ ਇੱਕ ਵਾਰ, ਜਿੱਦਾਂ ਤੁਸੀਂ ਕਿਹਾ ਕਿ ਗੱਲਬਾਤ ਕਰ ਲੈਣੀ ਚਾਹੀਦੀ ਸੀ, ਕਿ ਔਨ ਦਾ ਟੇਬਲ ਹੈ ਕੀ। ਹਾਂਜੀ ਹਾਂਜੀ ਚਾਹੀਦਾ। ਹਾਂਜੀ ਅੱਛਾ, ਇੱਕ ਦੋ ਤਿੰਨ ਸਵਾਲ ਹੋ ਰਹੇ ਇਸ ਇਸ਼ੂ ਵਿੱਚ। ਇੱਕ ਤਾਂ ਮੈਂ ਇਹ ਵੀ ਅਬਜ਼ਰਵ ਕੀਤਾ, ਇਹ ਜਿਹੜੀ ਕਿਸਾਨਾਂ ਦੀ ਰਣਬਹਾਦਰ ਜੀ ਸਮੱਸਿਆ ਘੱਟ ਲੱਗਦੀ, ਇਹ ਆੜ੍ਹਤੀਆਂ ਦਾ ਦਾਣਾ ਪਾਣੀ ਖਤਮ ਹੁੰਦਾ ਹੈਗਾ। ਆੜ੍ਹਤੀ ਇਹ ਨਹੀਂ ਚਾਹੁੰਦੇ ਹੈਗੇ ਵੀ ਕਿਸਾਨ ਇਹਨਾਂ ਦੇ ਚੁੰਗਲ ਚੋਂ ਬਾਹਰ ਨਿਕਲ, ਇਸ ਕਰਕੇ ਉਹ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਭੜਕਾਉਂਦੇ ਹੈਗੇ। ਇਹ ਮੇਰੀ ਗੱਲ ਸੱਚ ਆ? ਦੇਖੋ ਭਾਰਤ ਸਾਹਿਬ, ਅੱਜ ਤੇ ਤੁਸੀਂ 2 ਸਾਲ ਪੁਰਾਣਾ, 3 ਸਾਲ 4 ਸਾਲ ਪਹਿਲਾਂ ਦੀਆਂ ਅਖਬਾਰਾਂ ਚੁੱਕੋ, ਹਾਂਜੀ, ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਇਹਨੇ ਜਿੰਨੇ ਵੀ ਧਰਨੇ ਮੁਜ਼ਾਹਰੇ ਕੀਤੇ, ਇਹ ਲਗਭਗ ਆੜ੍ਹਤੀਆਂ ਦੇ ਖਿਲਾਫ ਹੁੰਦੇ ਸੀ। ਹਾਂਜੀ ਹਾਂਜੀ ਬੇਸਿਕ ਉਹਦਾ ਕਾਰਨ ਇਹ ਸੀ ਕਿ ਜ਼ਿਮੀਂਦਾਰ ਨੂੰ ਹਮੇਸ਼ਾ ਧਨ ਦੀ ਲੋੜ ਫਸਲਾਂ ਲਈ ਇਨਪੁਟ ਵਾਸਤੇ ਵੀ ਤੇ ਹੋਰ ਉਹਦੀਆਂ ਘਰੇਲੂ ਗਰਜ਼ਾਂ ਵਾਸਤੇ ਵੀ ਪੈਂਦੀ ਹੈ, ਜਿਹਦੇ ਕਰਕੇ ਉਹ ਆੜ੍ਹਤੀਆਂ ਕੋਲੋਂ ਜਿਹੜਾ ਹੈ ਉਹ ਪੈਸਾ ਉਧਾਰ ਲੈ ਲੈਂਦਾ ਸੀ। ਜੀ 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 ਬੈਂਕਾਂ ਦਾ ਜਿਹੜਾ ਉਧਾਰ ਦੇਣ ਦਾ ਪ੍ਰੋਸੈਸ ਹੈ ਉਹ ਬੜਾ ਲੰਬਾ ਹੁੰਦਾ, ਬੜਾ ਕੰਪਲੀਕੇਟਡ, ਉਹਦੀਆਂ ਫਾਰਮੈਲਿਟੀਜ਼ ਬੜੀਆਂ ਹੁੰਦੀਆਂ। ਆੜ੍ਹਤੀ ਜਿਹੜਾ ਹੈ ਉਹ ਕਿਸਾਨ ਨੂੰ ਲੋਕਲੀ ਜਾਣਦਾ ਹੁੰਦਾ ਕਿ ਇਹਨੇ ਕਿੰਨੀ ਕੁ ਫਸਲ ਲਾਈ ਹੋਈ ਹੈ ਤੇ ਕਿੰਨਾ ਕੁ ਮਾਲ ਮੇਰੇ ਕੋਲ ਸਿੱਟਦਾ, ਉਸ ਕਿਸੇ ਵੇਲੇ ਦੇ ਦਿੰਦਾ ਜਦੋਂ ਮੰਗੇ ਹੈਗੇ। ਪਰ ਉਹਦੇ ਚ ਜਿਹੜੀ ਮੇਨ ਗੱਲ ਇਹ ਸੀ ਕਿ ਉਹ ਵਿਆਜ ਬੜਾ ਲੈਂਦਾ ਸੀ, ਘੱਟੋ ਘੱਟ 2% ਮਹੀਨੇ ਦਾ ਵਿਆਜ, ਜਾਂ ਜਿਹਨੂੰ 24% ਸਾਲ ਦਾ ਕਹਿ ਲਓ, ਜਿਹਦੇ ਕਰਕੇ ਕਈ ਵਾਰ ਉਹ ਮੋੜਨਾ ਜਿਹੜਾ ਔਖਾ ਹੋ ਜਾਂਦਾ ਸੀ। ਸੋ ਸਰਕਾਰ ਨੇ ਕੀਤੀਆਂ ਕਿ ਅਸੀਂ ਕ੍ਰੈਡਿਟ ਜਿਹੜਾ ਹੈ ਉਹ ਲਿਬਰਲਾਈਜ਼ ਕਰੀਏ, ਹੋਰ ਇਹਨਾਂ ਨੂੰ ਕ੍ਰੈਡਿਟ ਜਿਹੜੀ ਹੈ ਜ਼ਿਮੀਂਦਾਰਾਂ ਨੂੰ ਦਈਏ। ਸੋ ਇਹ ਤੁਹਾਡੀ ਗੱਲ ਠੀਕ ਹੈ ਕਿ ਆੜ੍ਹਤੀਆਂ ਦਾ ਵੀ ਇੱਕ ਖਦਸ਼ਾ ਹੈ ਕਿ ਜਦ ਵੱਡੀਆਂ ਵੱਡੀਆਂ ਕੰਪਨੀਆਂ ਨੇ ਆ ਜਾਣਾ, ਇਹ ਜਿਹੜਾ ਇਹਨਾਂ ਨੂੰ ਵਿੱਚੋਂ ਕਮਿਸ਼ਨ ਮਿਲਦਾ, ਹੁਣ ਲਗਭਗ 2.5% 3% ਕਮਿਸ਼ਨ ਜਿਹੜਾ ਹੈ, ਜੇ 2000 ਰੁਪਇਆ ਮੰਨ ਲਓ ਕੀਮਤ ਹੈ ਤਾਂ ਇਹਨਾਂ ਨੂੰ 60-70 ਰੁਪਇਆ ਪਰ ਕੁਇੰਟਲ ਮਿਲ ਜਾਂਦਾ। ਤੋ ਇਹ ਵੀ ਇੱਕ ਖਦਸ਼ਾ ਹੈ। ਪਰ ਇਹਦੇ ਚ ਸਾਹਿਬ ਇਹ ਸਮਝਣੇ ਵਾਲੀ ਹੈ ਕਿ ਅੰਬਾਨੀ, ਅਦਾਨੀ ਜਾਂ ਕੋਈ ਵੀ ਕਾਰਪੋਰੇਟ ਕੰਪਨੀ, ਜਿਵੇਂ ਕਿ ਰੌਲਾ ਪਾਇਆ ਜਾ ਰਿਹਾ, ਉਹ ਆਊਗੀ ਖਰੀਦਦਾਰੀ ਕਰੂਗੀ, ਤਾਂ ਕਾਰਪੋਰੇਟ ਕੰਪਨੀ ਵੀ ਆਪਣਾ ਇੱਕ ਸਟਰਕਚਰ ਲੈ ਕੇ ਆਉਂਦੀ ਹੈ, ਉਹ ਆਪ ਨਹੀਂ ਆ ਕੇ ਖਰੀਦਦੇ। ਅੰਬਾਨੀ ਨੇ ਆਪ ਦਾ ਆ ਕੇ ਖਰੀਦਣਾ ਨਹੀਂ ਨਾ, ਨੈਚੁਰਲੀ ਉਹ ਬੜੀ ਵੱਡੀਆਂ ਕੰਪਨੀਆਂ ਆਪਣਾ ਇੱਕ ਸਟਰਕਚਰ ਲੈ ਕੇ ਆਏਗੀ। ਆੜ੍ਹਤੀ ਦੀ ਜਗ੍ਹਾ ਨੂੰ ਮੈਨੇਜਰ ਕਹਿ ਲਓ, ਉਹ ਕਿਤੇ ਕੋਈ ਨਾ ਕੋਈ ਕੁਆਲਿਟੀ ਮੈਨੇਜਰ ਹੋਊਗਾ, ਕੋਈ ਪਰਚੇਜ਼ ਮੈਨੇਜਰ ਹੋਊਗਾ। ਮਿਡਲ ਮੈਨ ਤੇ ਬਿਨਾ, ਵੈਲਿਊ ਚੇਨ ਤੇ ਬਿਨਾ ਚੀਜ਼ ਉੱਥੇ ਪੁੱਜਣੀ ਨਹੀਂ ਹੈ ਜਿੱਥੇ ਅਸੀਂ ਪਹੁੰਚਾਉਣਾ ਚਾਹੁੰਦੇ ਆ, ਨਾ ਉਹ ਮੁੜ ਕੇ ਇਸ ਤਰ੍ਹਾਂ ਆਣੀ। ਸੋ ਇਹ ਬਿਲਕੁਲ ਗੱਲ ਠੀਕ ਹੈ ਕਿ ਆੜ੍ਹਤੀਆਂ ਦਾ ਕੰਮ ਖਤਮ ਹੋ ਸਕਦਾ ਹੈ, ਪਰ ਕੋਈ ਨਾ ਕੋਈ ਹੋਰ ਉਹਨੂੰ ਜਿਹੜਾ ਰੀਪਲੇਸ ਕਰਨ ਵਾਸਤੇ ਜਿਹੜਾ ਹੈ ਉਹ ਜ਼ਰੂਰ ਲਾਣਾ ਪੈਂਦਾ ਜਾਂ ਆ ਜਾਂਦਾ ਮਾਰਕੀਟ। ਇੱਕ ਲਾਸਟ ਸਵਾਲ ਹੈ, ਇਸ ਜਿਹੜੀ ਐਜੀਟੇਸ਼ਨ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਈ ਹੈਗੀ, ਜਿਹੜੇ ਮਤਲਬ ਕਿਸਾਨ ਲੋਕ, ਖਾਸ ਤੌਰ ਤੇ ਯੰਗ ਜਿਹੜੇ ਮੁੰਡੇ, ਈਵਨ ਲੜਕੀਆਂ ਵੀ ਜਿਹੜੀਆਂ ਕਿਸਾਨੀ ਨਾਲ ਜੁੜੀਆਂ ਸੀ, ਕਿਸਾਨੀ ਪਰਿਵਾਰਾਂ ਨਾਲ, ਉਹਨਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੋਈ। ਮਤਲਬ ਯੂਥ ਦੀ ਬਹੁਤ ਵੱਡੇ ਲੈਵਲ ਦੀ ਪਾਰਟੀਸਪੇਸ਼ਨ ਆ, ਜਿਹੜਾ ਮਤਲਬ ਇਹ ਇੱਕ ਡੈਮੋਕ੍ਰੇਸੀ ਲਈ ਅੱਛਾ ਕਦਮ ਲੱਗਦਾ ਤੁਹਾਨੂੰ? ਭਾਰਤ ਸਾਹਿਬ ਦੇਖੋ, ਇਹ ਅਨਰੈਸਟ ਹੈ ਸੋਸਾਇਟੀ 'ਚ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਉਹ ਅਨਐਮਪਲੋਇਮੈਂਟ ਵੀ ਕਰਕੇ ਵੀ ਹੈ, ਯੂਥ ਨੂੰ ਅਪਰਚੁਨਿਟੀਜ਼ ਹੈ ਨਹੀਂ, ਪੜ੍ਹ ਲਿਖ ਕੇ ਬੱਚੇ ਬਾਹਰ ਜਾ ਰਹੇ ਹੈ, ਨੌਕਰੀਆਂ ਨਹੀਂ ਮਿਲਦੀਆਂ। ਉਹ ਇੱਕ ਹੌਲੀ ਜਿਹੜਾ ਲੋਕਾਂ ਦਾ ਗੁੱਸਾ ਇਕੱਠਾ ਹੋ ਰਿਹਾ ਹੈ, ਉਹਨੂੰ ਟ੍ਰਿਗਰ ਕਰਨ ਲਈ ਕੋਈ ਨਾ ਕੋਈ ਮੁੱਦਾ ਚਾਹੀਦਾ। ਜਿਹੜੀ ਅਨਰੈਸਟ ਇਕੱਠੀ ਹੋ ਰਹੀ ਹੈ ਉਹ ਕਿਤੇ ਵੀ ਤੁਹਾਨੂੰ ਨੁਕਸਾਨ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣ ਜਿੱਦਾਂ ਕਹਿੰਦੇ ਆ ਕਿ ਪੰਜਾਬ ਬਾਰਡਰ ਸਟੇਟ ਹੈ, ਬਾਹਰ ਅੱਜ ਵੀ ਅਖਬਾਰਾਂ 'ਚ ਹੈ ਕਿ ਬਾਹਰ ਤੋਂ ਫੰਡਿੰਗ ਹੁੰਦੀ ਹੈ। ਸੋ ਜਦ ਅਨਰੈਸਟ ਹੈ, ਅਨਐਮਪਲੋਇਮੈਂਟ ਹੈ, ਲਾਅ ਐਂਡ ਆਰਡਰ ਠੀਕ ਨਹੀਂ ਹੈ, ਉਹਦੇ 'ਚ ਕੋਈ ਵੀ ਮੁੱਦਾ ਜਿਹੜਾ ਹੈ ਉਹ ਭੜਕਾਹਟ ਦੇ ਰੂਪ 'ਚ ਕੰਮ ਕਰ ਸਕਦਾ। ਯੂਥ ਪਾਰਟੀਸਪੇਟ ਕਰ ਰਿਹਾ ਕਿ ਅਨਐਮਪਲੋਇਮੈਂਟ ਹੈ, ਕਿਤੇ ਨਾ ਕਿਤੇ ਸਰਕਾਰਾਂ ਤੋਂ ਜੋ ਉਮੀਦਾਂ ਹੈ ਉਹ ਯੂਥ ਦੀਆਂ ਪੂਰੀਆਂ ਨਹੀਂ ਹੋ ਰਹੀਆਂ। ਹਾਂਜੀ ਹਾਂ। ਸੋ ਇਹ ਤੁਸੀਂ ਰਣਬਹਾਦਰ ਜੀ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ, ਮੈਨੂੰ ਲੱਗਦਾ ਜਿੰਨੇ ਵੀ। ਹਾਂਜੀ ਗੱਲ ਕਰ
ਕੰਟਰੈਕਟ ਫਾਰਮਿੰਗ ਵਾਲਾ ਆਪਣਾ ਮੁੱਦਾ ਰਹਿ ਗਿਆ ਵਿੱਚ, ਕੰਟਰੈਕਟ ਫਾਰਮਿੰਗ ਵਾਲਾ ਕੰਟਰੈਕਟ ਫਾਰਮਿੰਗ ਵਾਲਾ ਰਹਿ ਗਿਆ, ਇਹਦੇ ਬਾਰੇ ਵੀ ਜ਼ਰੂਰ ਦੱਸ ਦਿਓ। ਫਾਰਮਰਸ ਐਗਰੀਮੈਂਟ ਔਨ ਪ੍ਰਾਈਸ। ਅੱਛਾ, ਕੰਟਰੈਕਟ ਫਾਰਮਿੰਗ ਕੀ ਹੈ? ਮੰਨ ਲਓ ਅੱਜ ਮੈਂ ਆਲੂ ਬੀਜਦੀ, ਆਲੂ ਦੀ ਫਸਲ 60-70 ਦਿਨ ਬਾਅਦ ਜਿਹੜੀ ਹੈ ਉਹ ਬਾਜ਼ਾਰ ਜਾਣੀ ਹੈ। ਹਾਂਜੀ, ਅੱਜ ਮੈਨੂੰ ਪਤਾ ਨਹੀਂ ਕਿ ਆਲੂ ਦੀ ਕੀਮਤ ਉਸ ਵੇਲੇ ਕੀ ਹੋਣੀ ਹੈ। ਉਹ ਕਈ ਵਾਰ ਰੁਪਈਏ ਵੀ ਹੋ ਜਾਂਦੀ, ਕਈ ਵਾਰ ਉਹ 4 ਰੁਪਈਏ ਵੀ ਹੋ ਜਾਂਦੀ। ਜਿਸ ਸਾਲ 20 ਰੁਪਈਏ ਹੋ ਗਈ, ਉਸ ਸਾਲ ਕਿਸਾਨ ਦਾ ਘਰ ਪੂਰਾ ਹੋ ਜਾਂਦਾ। ਜਿਸ ਸਾਲ 4 ਰੁਪਈਏ ਹੁੰਦੀ, ਉਹਦਾ ਜਿਹੜਾ ਉਹਦਾ ਤੋੜੇ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਹਾਂਜੀ, ਅਨਪ੍ਰੈਡਿਕਟੇਬਿਲਿਟੀ, ਅਨਸਰਟਨਿਟੀ ਪ੍ਰਾਈਸ ਨੂੰ ਲੈ ਕੇ ਸਬਜ਼ੀਆਂ ਦੇ ਮਾਮਲੇ 'ਚ ਖਾਸ ਕਰਕੇ ਹਮੇਸ਼ਾ ਰਹਿੰਦੀ ਹੈ। ਅੱਛਾ, ਕੰਟਰੈਕਟ ਫਾਰਮਿੰਗ ਨਾਲ ਕੀ ਫਾਇਦਾ ਹੁੰਦਾ? ਮੰਨ ਲਓ ਕੋਈ ਕੰਟਰੈਕਟਰ, ਕੋਈ ਫੂਡ ਪ੍ਰੋਸੈਸਰ, ਕੋਈ ਇਨਵੈਸਟਰ ਮੇਰੇ ਕੋਲ ਆਂਦਾ ਕਿ ਮੈਂ ਤੈਨੂੰ 20 ਰੁਪਈਏ ਤੇ ਨਹੀਂ ਦਊਂਗਾ, ਪਰ ਮੈਂ ਤੈਨੂੰ 4 ਰੁਪਈਏ ਵੀ ਨਹੀਂ ਦਊਂਗਾ, 15 ਤੇ ਆਪਾਂ ਸਹਿਮਤ ਹੋ ਜਾਂਦੇ ਆ, 15 ਤੇ ਆਪਾਂ ਕੰਟਰੈਕਟ ਕਰ ਲੈਂਦੇ ਆ। ਤੁਸੀਂ ਲਾਓ ਤੇ ਮੈਂ 15 ਤੇ ਖਰੀਦਾਂਗਾ। ਜੇ 20 ਰੁਪਈਏ ਹੋਇਆ ਤਾਂ ਤੈਨੂੰ 5 ਛੱਡਣੇ ਪੈਣੇ, ਮੈਂ ਤੇਰਾ 15 ਤੇ ਤਦ ਵੀ ਖਰੀਦੂੰਗਾ। ਜੇ 2 ਰੁਪਈਏ ਹੋਇਆ, 4 ਰੁਪਈਏ ਮੈਂ ਖਰੀਦੂੰਗਾ ਤਾਂ ਤੈਨੂੰ ਨਫਾ ਹੈ। ਯਾਨੀ ਕਿ ਤੁਸੀਂ ਪ੍ਰਾਈਸ ਨੂੰ ਲੈ ਕੇ ਫਸਲ ਨੂੰ ਬੀਜਣ ਇਨਸ਼ੋਰ ਹੋ ਜਾਂਦੇ ਕਿ ਮੈਨੂੰ ਇੰਨੇ ਪੈਸੇ ਮਿਲਣੇ ਆ, ਇੰਨਾ ਮੇਰਾ ਉਤਪਾਦਨ ਹੋਣਾ ਤੇ ਇੰਨਾ ਮੈਨੂੰ ਪ੍ਰੋਫਿਟ ਹੋ ਸਕਦਾ। ਤੁਸੀਂ ਕੰਟਰੈਕਟ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਜੂਆ ਖੇਡਣਾ ਫੇਰ ਵੀ ਤੁਸੀਂ ਖੇਡ ਸਕਦੇ ਹੋ। ਤੁਸੀਂ ਪ੍ਰਾਈਸ, ਜੇ ਤੁਸੀਂ ਇਸ ਨੂੰ ਲੈ ਕੇ ਕਿ ਮੇਰਾ ਤਾਂ 20 ਰੁਪਏ ਵਿਕੂਗਾ ਜੀ, ਮੈਂ 15 ਤੇ ਕਿਉਂ ਸਹਿਮਤੀ ਕਰਾਂ, ਤੁਸੀਂ ਆਜ਼ਾਦ ਹੋ। ਪਰ ਜੇ ਤੁਸੀਂ ਇਹ ਚਾਹਦੇ ਹੋ ਕਿ ਮੈਂ ਯਾਰ 4 ਵਾਲਾ ਘਾਟਾ ਨਹੀਂ ਖਾਣਾ, ਇਹਨੂੰ ਇਕਨੋਮਿਕਸ ਕਹਿੰਦੇ ਆ ਰਿਸਕ ਰਿਵਾਰਡ ਰੇਸ਼ੋ। ਤੁਸੀਂ ਆਪਣੀ ਰਿਸਕ ਰਿਵਾਰਡ ਰੇਸ਼ੋ ਘਟਾ ਲੈਂਦੇ। ਤੁਹਾਡਾ 20 ਰੁਪਏ ਦੇ ਰਿਵਾਰਡ ਸੀ, ਉਹ ਤੁਸੀਂ ਛੱਡਤਾ, ਪਰ ਤੁਸੀਂ ਆਪਣਾ 2 ਰੁਪਏ ਵਾਲਾ ਰਿਸਕ ਵੀ ਕਵਰ ਕਰ ਲਿਆ। ਕੰਟਰੈਕਟ ਫਾਰਮ, ਅੱਛਾ, ਦੂਜਾ ਬੰਦਾ ਵੀ ਇਨਸ਼ੋਰ ਹੋ ਜਾਂਦਾ ਜਿਹਨੇ ਸਾਰਾ ਸਾਲ ਫੈਕਟਰੀ ਚਲਾਣੀ, ਉਹਨੂੰ ਵੀ ਨਹੀਂ ਪਤਾ ਕਿ ਮੈਨੂੰ 20 ਰੁਪਏ ਤੇ ਆਲੂ ਮਿਲਣਾ ਜਾਂ 2 ਰੁਪਏ ਤੇ ਮਿਲਣਾ। ਉਹ ਵੀ 15 ਤੇ ਆਪਣੀ ਸੈਟਿਸਫੈਕਸ਼ਨ ਦੇ ਹਿਸਾਬ ਨਾਲ ਆਪਣੀ ਅਗਲੀ ਇਨਵੈਸਟਮੈਂਟ ਤੇ ਅਗਲੀ ਪਲਾਨਿੰਗ ਕਰ ਲੈਂਦਾ। ਬਹੁਤ ਵਧੀਆ ਗੱਲਾਂ ਦੱਸੀਆਂ ਤੁਸੀਂ। ਇੱਕ ਪੜ੍ਹੇ ਲਿਖੇ ਹੋ, ਇੱਕ ਕਿਸਾਨ ਹੋ, ਇੱਕ ਯੰਗ ਹੋ, ਤਿੰਨੋਂ ਚੀਜ਼ਾਂ ਹੈਗੀਆਂ। ਹਰ ਇੱਕ ਰੈਸ਼ਨੈਲਿਟੀ ਸਾਨੂੰ ਸਮਝਣ ਦੀ ਪ੍ਰਮਾਤਮਾ ਵੱਲੋਂ ਕਾਬਲੀਅਤ ਬਖਸ਼ੀ ਹੈ। ਮੈਨੂੰ ਉਮੀਦ ਹੈ ਇਹ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਪੋਲੀਟੀਕਲ ਪਾਰਟੀਆਂ ਜਿਹੜੇ ਉਹ ਵਧੀਆ ਇਹਨੂੰ ਲਾਈਕ ਕਰਨਗੇ ਪ੍ਰੋਗਰਾਮ। ਅਗਾਂਹ ਵੀ ਅਸੀਂ ਰਣ ਬਹਾਦਰ ਕਦੀ ਇਕੱਠੇ ਹੋਇਆ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਆਨਲਾਈਨ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ।